हाँ जी, ਨੈਕਸਟ ਜਿਹੜਾ ਟੌਪਿਕ ਆ ਉਹ ਪਿਛਲੇ ਟੌਪਿਕ ਨਾਲ ਲਿੰਕ ਹੋਏਗਾ। ਸਮਝਿਓ ਗੱਲ ਧਿਆਨ ਨਾਲ ਕੀ ਸੀਗਾ ਉਹਦੇ ਪਿਛਲੇ ਟੌਪਿਕ 'ਚ। ਟੌਪਿਕ ਦਾ ਨਾਮ ਸੀ ਫੋਰਸ ਐਕਟਿੰਗ ਔਨ ਅ ਚਾਰਜ ਪਾਰਟੀਕਲ ਇਨ ਇਲੈਕਟ੍ਰਿਕ ਫੀਲਡ। ਤੇ ਉਹ 'ਚ ਅਸੀਂ ਇਹ ਕਿਹਾ ਸੀ ਪੁੱਤ ਕਿ ਜੇ ਚਾਰਜ ਪਾਰਟੀਕਲ ਤੇ ਇਲੈਕਟ੍ਰਿਕ ਫੀਲਡ ਇਫ ਬੋਥ ਲਾਈਜ਼ ਇਨ ਸੇਮ ਡਾਇਰੈਕਸ਼ਨ, ਜਿਸ ਡਾਇਰੈਕਸ਼ਨ 'ਚ ਚਾਰਜ ਪਾਰਟੀਕਲ ਲਾਈ ਕਰਦਾ ਪਿਆ, ਮੂਵ ਕਰਦਾ ਪਿਆ, ਤੇ ਜੇ ਉਸੇ ਡਾਇਰੈਕਸ਼ਨ 'ਚ ਇਲੈਕਟ੍ਰਿਕ ਫੀਲਡ ਲਾਈ ਕਰੇ, ਕੀ ਹੋਏਗਾ ਚਾਰਜ ਪਾਰਟੀਕਲ ਨੂੰ? बोलेगा कोई है ना? एक्सेलरेट एक्सेलरेट करेगा, यानी इसे डायरेक्शन च पार्टिकल ते फोर्स लगनी है जिसकी वैल्यू F इक्वल टू Q E ना कढदे हां, और इस फोर्स दे करके पार्टिकल एक्सेलरेट करदा, मतलब ਉਹਦੀ डायरेक्शन नहीं ਅਸੀਂ ਕਿਹਾ ਸੀ ਬਦਲਦੀ, ਪਰ ਉਹਦੀ ਸਪੀਡ ਕਹਿੰਦਾ ਜੀ ਵੱਧ ਜਾਂਦੀ ਹੈ। ठीक है, ਤੇ ਜੇ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਤੋਂ ਪਰਪੈਂਡੀਕੂਲਰ डायरेक्शन ਚ मूव करे, जे चार्ज पार्टिकल इलैक्ट्रिक फील्ड तो परपेंडिकुलर डायरेक्शन च मूव करे ते इच ਅਸੀਂ ਕਿਹਾ ਸੀ ਪਾਰਟੀਕਲ ਜਿਹੜਾ ਹੋਏਗਾ ਉਹ ਪੈਰਾਬੋਲਿਕ ਪਾਥ ਤੇ मूव करना शुरू कर ਪੈਂਦਾ। ਇਹਦਾ ਮਤਲਬ ਜਦੋਂ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਤੋਂ परपेंडिकुलर डायरेक्शन ਜਾ, ਠੀਕ ਹੈ ਜੀ, ਆ ਮੇਰੇ ਕੋਲ ਇਲੈਕਟ੍ਰਿਕ ਫੀਲਡ ਅਸੀਂ ਕਿਆ ਅਪਲਾਈ ਕੀਤਾ ਤੇ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਤੋਂ परपेंडिकुलर डायरेक्शन ਚ ਤੁਰਿਆ ਆਉਂਦਾ ਹੈ, ਤੇ ਇਲੈਕਟ੍ਰਿਕ ਫੀਲਡ ਨੇ ਜਦੋਂ ਫੋਰਸ ਲਗਾਈ, ओके बच्चे, ये दसिया सी कि जे चार्ज पार्टिकल इलैक्ट्रिक फील्ड तो परपेंडिकुलर डायरेक्शन च एक्ट मूव करना शुरू करदा ते पार्टिकल ते जदों फोर्स लगनी आ ओने पार्टिकल नु एज सच की करना स्ट्रेट पाथ ते नहीं रखना, पार्टिकल अपने स्ट्रेट पाथ तो डेविएट करके इस तरह की पैराबोलिक पाथ पे मूव कर जांदा। ਇਹਦਾ मतलब ये हो गया कि इलैक्ट्रिक फील्ड के अंडर जे डायरेक्शन ऑफ इलैक्ट्रिक फील्ड के चार्ज पार्टिकल सेम आ, फिर पार्टिकल की स्पीड बढ़ती, डायरेक्शन नहीं चेंज होती। पर जो साइन मेरे को इलैक्ट्रिक फील्ड के परपेंडिकुलर पार्टिकल एंटर करता, फिर पुत ओदी स्पीड के नाल नाल ओदी डायरेक्शन जिहड़ी वो इफेक्ट होंदी, ठीक है। तो पार्टिकल अपनी एसएस कहना जी जिहड़ी नवी वेलोसिटी होएगी, इनिशियली ओदी वेलोसिटी कभी एक्स एक्सिस ते सीगी, ਤੇ ਜਦੋਂ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਅੰਦਰ ਮੂਵ ਕਰਦਾ ਕਿਸੇ ਵੀ ਪੁਆਇੰਟ ਤੇ, ਜਿਵੇਂ ਇਹਦੀ ਵੈਲੋਸਿਟੀ ਇੱਥੇ ਕੱਢਣੀ ਹੋਵੇ, ਆ ਜਿਹੜਾ ਪਾਰਟ ਐਡ ਕਰਦਾ ਪਿਆ ਇਹਦੀ ਗੱਲ ਆਪਾਂ ਪਹਿਲਾਂ ਨਹੀਂ ਕੀਤੀ ਹੋਈ, ਇਹ ਹੁਣ ਐਡ ਕਰਦਾ ਪਿਆ ਕਿ ਜੇ ਚਾਰਜ ਪਾਰਟੀਕਲ ਜਿਹੜਾ ਵਾ ਉਹ ਇਲੈਕਟ੍ਰਿਕ ਫੀਲਡ ਤੋਂ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਨਾ, ਤੇ ਇਸ ਪੋਜੀਸ਼ਨ ਤੇ ਆ ਕੇ ਉਹਦੀ ਜਿਵੇਂ ਵੈਲੋਸਿਟੀ ਕੱਢਣੀ ਹੋਵੇ ਕਿਸੇ ਵੀ ਪੁਆਇੰਟ ਤੇ ਉਹਦੀ ਵੈਲੋਸਿਟੀ ਉਸ ਪੁਆਇੰਟ ਤੇ ਅਲੋਂਗ ਦਾ ਟੈਂਜੈਂਟ ਆ, ਤੇ ਇਸ ਟੈਂਜੈਂਟ ਦੇ ਅਕੋਰਡਿੰਗਲੀ ਇੱਥੇ ਵੈਲੋਸਿਟੀ ਦੇ ਦੋ ਕੰਪੋਨੈਂਟ ਬਣਨੇ ਆ, ਇੱਕ vx ਤੇ ਇੱਕ vy। क्या ਇੰਨੀ ਗੱਲ ਸਮਝ ਲੱਗਦੀ ਪਈ? यस सर ਇਹ ਜਿਹੜੀ ਉਹਦੀ ਵੈਲੋਸਿਟੀ ਹੋਏਗੀ, ਰਿਜ਼ਲਟੈਂਟ ਵੈਲੋਸਿਟੀ ਉਹ ਬਣ ਜਾਏਗੀ vx² + vy²। ਇਹਦੇ ਵਿੱਚੋਂ vx ਕੰਪੋਨੈਂਟ ਜਿਹੜਾ ਵਾ ਉਹ ਤਾਂ ਮੇਰਾ v ਦੇ ਬਰਾਬਰ ਹੀ ਰਹਿਣਾ, ਕਿਉਂਕਿ x ਐਕਸਿਸ ਦੇ ਅਲੋਂਗ ਕੋਈ ਫੋਰਸ ਨਹੀਂ ਲਾਈ ਕਰ ਰਹੀ, फोर्स लाई करती पई y एक्सिस से। ਇਹਦਾ मतलब ਜੇ ਮੈਂ ਇੱਥੇ ਵੈਲਿਊ ਭਰਾਂ ਤੇ ਇਹ ਵੈਲਿਊ ਮੇਰੀ v² ਹੀ ਰਹੇਗੀ, ਪਰ vy ਨੂੰ ਕੈਲਕੂਲੇਟ ਕਰਨ ਲਈ ਆਪਾਂ ਇਕੁਏਸ਼ਨ vy = uy + ay * t ਲਗਾਵਾਂਗੇ, ठीक है। इनिशियल वेलोसिटी x ਤੇ ਸੀਗੀ ਤੇ ਉਹਦੀ ਇਨੀਸ਼ੀਅਲ ਵੈਲੋਸਿਟੀ ਦਾ ਕੋਈ ਵੀ ਕੰਪੋਨੈਂਟ y ਤੇ ਨਹੀਂ ਸੀਗਾ, ਇਸ ਲਈ uy ਇੱਥੋਂ 0 ਆ ਤੇ vy ਦੀ ਵੈਲਿਊ ay * t, ਤੇ ay ਦੀ ਵੈਲਿਊ ਆਪਾਂ ਇਸ ਥਾਂ ਤੋਂ ਕੱਢੀ ਸੀਗੀ ਕਿ f = ਇੱਕ ਪਾਸੇ ma ਆ ਗਿਆ ਤੇ ਦੂਜੇ ਪਾਸੇ qe ਆ ਗਿਆ। ਜੇ ਮੈਂ ਇਥੋਂ ay ਕੱਢ ਲਵਾਂ, ਠੀਕ ਹੈ, ਕਿਉਂਕਿ ਇਲੈਕਟ੍ਰਿਕ ਫੀਲਡ y ਐਕਸਿਸ ਤੇ ਆ, ਇਸ ਲਈ ਐਕਸਲਰੇਸ਼ਨ ਵੀ y ਤੇ ਦਿਖਾਈ ਹੈ, ਤੇ ਇਸ ਕੇਸ ਦੇ ਅੰਦਰ ਉਹਦੀ ਐਕਸਲਰੇਸ਼ਨ ਦੀ ਵੈਲਿਊ qey/m ਇੱਥੇ ਵੈਲਿਊ ਭਰ ਦਵਾਂ, ਤੇ ਜਿਹੜੀ vy ਦੀ ਫਾਈਨਲ ਵੈਲਿਊ ਬਣੇਗੀ ਉਹ ਇੱਥੇ ਪੁੱਟ ਕਰ ਲਓ ਬੇਟਾ। ਇਹਦਾ मतलब ਇਹ ਹੋ ਗਿਆ ਇੱਥੇ ਆਪਣੇ ਕੋਲ ਵੈਲੋਸਿਟੀ ਆ ਗਈ qe/m * t ਦਾ ਹੋਲ ਸਕੁਅਰ, ਯਾਨੀ ਇੰਨੀ ਫਾਈਨਲ ਵੈਲੋਸਿਟੀ ਹੋਏਗੀ ਜਦੋਂ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਅੰਡਰ ਮੂਵ ਕਰੇਗਾ। ਇਸ ਕਰਕੇ ਮੈਂ ਇੱਕ ਵਰਡ ਬੋਲਿਆ ਸੀ ਹੁਣੀ ਕਿ ਜਦੋਂ ਪਾਰਟੀਕਲ ਇਲੈਕਟ੍ਰਿਕ ਫੀਲਡ ਤੋਂ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਐਂਟਰ ਕਰਦਾ ਨਾ, ਉਦੋਂ ਉਹਦੀ ਵੈਲੋਸਿਟੀ ਵੀ ਬਦਲਦੀ ਆ ਤੇ ਉਹਦੀ डायरेक्शन भी बदलती, मतलब ਉਹਦੀ स्पीड भी बदलती ਤੇ डायरेक्शन भी बदलती।
पर ਜਦੋਂ ਪਾਰਟੀਕਲ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਚ ਉਦੋਂ ਉਹਦੀ ਸਿਰਫ ਸਪੀਡ ਬਦਲਦੀ ਆ, डायरेक्शन नहीं बदलती। क्या इन्नी गल समझ लगी? यस सर यस सर। चलो इस तो बाद हुण आपां अगले टॉपिक की गल शुरू करते हैं। जस्ट एक फोटो क्लिक करना। अगला टॉपिक अपने को इदा नहीं बन जाना कि जिदा चार्ज पार्टिकल इलेक्ट्रिक फील्ड च मूव करता, in the similar way when the charge particle is moving under the influence of magnetic field। समझियो ध्यान ना, टॉपिक दा हेडिंग हैगा अपने को एक्सप्रेशन फॉर, या सिंपल इथे एक बना रहे हैं, फोर्स एक्टिंग ऑन ए चार्ज पार्टिकल, force acting on a charged particle in magnetic field। ਜਦੋਂ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੀ ਕਹਿੰਦਾ ਜੀ ਐਸ ਸੱਚ ਇਨਫਲੂਐਂਸ ਦੇ ਵਿੱਚ ਆਏਗਾ, ਉਦੋਂ ਪਾਰਟੀਕਲ ਦਾ ਪਾਥ ਕਿੱਦਾਂ ਦਾ ਹੋਏਗਾ, ਉਹਦੀ ਸਪੀਡ ਕੀ ਹੋਏਗੀ, ਉਹਦੇ ਬੇਟਾ ਉਹਨੇ ਕਿਹਾ ਫਾਰਮੂਲਾ ਡਰਾਈਵ ਕਰਕੇ। ਠੀਕ ਹੈ, ਇਹਦੇ ਵਿੱਚ ਹੁਣ ਆਪਾਂ ਕਿੱਥੋਂ ਸ਼ੁਰੂ ਕਰਨ ਲੱਗੇ, 3rd A ਦੇ ਵਿੱਚ ਪਿਛਲੇ ਚੈਪਟਰ 'ਚ ਇੱਕ ਟੌਪਿਕ ਪੜਿਆ ਸੀ। टॉपिक सीगा सब तो पहला टॉपिक सी ऑर्स्टेड एक्सपेरिमेंट तो बाद वाला फोर्स एक्टिंग ऑन ए चार्ज पार्टिकल इन मैग्नेटिक। ठीक है, ओते सी एक कांसेप्ट आ दिता सी कि जे कोई चार्ज पार्टिकल, जे में कोई प्लस q कूलम दा चार्ज पार्टिकल आ, ठीक है, v वेलोसिटी ना मूव करदा, मैग्नेटिक फील्ड तो थीटा एंगल पे मूव करदा, तो ਅਸੀਂ वर्ड यूज कीते ਸੀਗੇ कि इस चार्ज पार्टिकल ते फोर्स लगेगी। ठीक है, जिन्हों ਅਸੀਂ फ्लेमिंग लेफ्ट हैंड रूल ਨਾਲ कैलकुलेट करते हैं, उस फोर्स ਦਾ कोई फार्मूला ਦੱਸੇਗਾ ਕੀ ਸੀਗਾ? फोर्स ਦਾ फार्मूला बोलेगा कोई है ना, ਕੀ ਆਇਆ ਸੀ सर bqv sin थीटा। बिल्कुल, F equal to bqv sin थीटा। ਜੇ ਕਿਸੇ ਨੂੰ ਨਹੀਂ ਯਾਦ ਤੇ ਦਿਮਾਗ 'ਚ ਰੱਖੋ, ਇਹ ਚੀਜ਼ਾਂ ਦੀ ਲੋੜ ਪੈਂਦੀ ਆਪਾਂ ਨੂੰ ਬਾਰ-ਬਾਰ। ਹੁਣ ਇਸੇ ਫਾਰਮੂਲੇ ਨੂੰ ਲੈ ਕੇ ਕਨਸੈਪਟ ਸ਼ੁਰੂ ਕਰ ਰਹੇ ਹਾਂ। ਹੁਣ ਇਹਦੇ ਵਿੱਚ ਜੇ ਐਸਐਚ ਸੀ ਲਈਏ ਤੇ ਇਹ ਚ ਰਿਜ਼ਲਟ ਇਹ ਸੀਗਾ ਕਿ ਜਦੋਂ ਵੀ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੀ ਪ੍ਰੈਜ਼ੈਂਸ ਜਾਂਦਾ ਨਾ, ਤੇ ਹਮੇਸ਼ਾ ਚਾਰਜ ਪਾਰਟੀਕਲ ਤੇ ਮੈਗਨੈਟਿਕ ਫੋਰਸ ਲਾਈ ਕਰਦੀ। ਹੁਣ ਉਹ ਫੋਰਸ ਜਿਹੜੀ ਹੋਏਗੀ ਉਹ ਪਾਰਟੀਕਲ ਨੂੰ ਕਿਸ ਟਾਈਪ ਦੇ ਪਾਥ ਤੇ ਲੈ ਕੇ ਜਾਏਗੀ। ਕੁਝ ਪਹਿਲਾ ਕੇਸ ਇਹ ਲੈਣ ਲੱਗਿਆ, ਇਫ charge particle is moving with velocity v and magnetic field both lies in same direction। ਤੇ ਇਸ ਕੇਸ ਦੇ ਅੰਦਰ ਜੇ ਮੈਂ ਪਾਰਟੀਕਲ ਤੇ ਫੋਰਸ ਕੱਢਣੀ ਹੋਵੇ ਤੇ we know that force acting on charge particle in magnetic field is given by, ਹੁਣ ਜਿਹੜਾ ਫਾਰਮੂਲਾ ਲਿਖਿਆ ਸੀ ਉਸੇ ਨਾਲ ਗੱਲ ਕਰਾਂਗੇ, F equal to bqv sin theta। ਤੇ ਇਸ ਵੇਲੇ ਜਿਹੜਾ ਥੀਟਾ ਐਂਗਲ ਆ, ਇੱਕ ਕਿਹੜੇ ਦੋ ਵੇਰੀਏਬਲਸ ਹੁੰਦਾ, v और b में? ਬਿਲਕੁਲ, velocity vector ਤੇ magnetic field। ਤੇ ਜੇ velocity ਤੇ magnetic field both are in same direction, then what's the ਕਹਿੰਦਾ ਜੀ force acting on the charged particle? 0। if b vector parallel to b, ਜੇ b और b दोनों पैरेलल आ ਤੇ ਇਹਨਾਂ ਚ थीटा 0 हो गया बेटा। यस यस सर। यस सर। पार्टिकल पे फोर्स भी 0 हो गई। यस सर। ਉਹਦਾ ਕੀ ਮਤਲਬ ਹੋਇਆ, ਜੇ ਫੋਰਸ 0 व्हाट इट इंडिकेट, ਕੀ मतलब ਕੱਢੀਏ ਦਾ सर जब उस एक्शन कर रहा होगा तो उसको कोई फोर्स नहीं लग रही होगी एक्स्ट्रा। बिल्कुल, ਇਹਦਾ ਮਤਲਬ ਹੋ ਗਿਆ ਪਾਰਟੀਕਲ ਜਿੰਨੀ ਵੈਲੋਸਿਟੀ ਨਾਲ ਮੂਵ ਕਰਦਾ ਪਿਆ, ਜੋ ਉਹਦੀ ਯੂਨੀਫਾਰਮ ਵੈਲੋਸਿਟੀ ਹੈਗੀ ਆ, ਹੈਨਾ, ਮੈਗਨੈਟਿਕ ਫੀਲਡ ਹੋਵੇ ਜਾਂ ਨਾ ਹੋਵੇ, ਠੀਕ ਹੈ, ਪਾਰਟੀਕਲ ਆਪਣੀ ਕਾਂਸਟੈਂਟ ਸਪੀਡ ਤੇ ਸੇਮ ਡਾਇਰੈਕਸ਼ਨ ਚ ਕੰਟੀਨਿਊਸ ਮੂਵ ਕਰਦਾ ਰਹੇ। यानी no force will be acting mean no acceleration will be produced in the charged particle when velocity vector and magnetic field both are in same direction। जद कि इलेक्ट्रिक फील्ड उल्टा सी, इलेक्ट्रिक फील्ड सीगा कि जदों चार्ज पार्टिकल ते इलेक्ट्रिक फील्ड दोनों सेम डायरेक्शन च मैक्सिमम फोर्स पार्टिकल ते एक्ट करदी, जेडी पार्टिकल दी स्पीड नु मैक्सिमम इफेक्ट करदी है। क्या इन्नी गल समझ लग रही दोनों च डिफरेंस की है बेटा?
Yes, Yes, sir. Yes, sir. ਇਹਦੇ ਵਿੱਚ ਹੀ ਸੈਕਿੰਡ ਕੇਸ ਬਣਾ ਰਹੇ ਹਾਂ। ਕਹਿੰਦਾ ਜੀ if velocity vector perpendicular to magnetic field that is theta ਦੀ ਵੈਲਿਊ 90 ਆ ਜਾਵੇ। ਹੁਣ ਜੇ ਇਹਦਾ ਮਤਲਬ velocity vector ਤੇ magnetic field ਇਹ ਦੋ ਚੀਜ਼ਾਂ ਇੱਕ ਦੂਜੇ ਤੋਂ perpendicular ਹੋਣਗੀਆਂ ਤੇ ਕਹਿੰਦਾ ਜੀ then we find theta ਜੇ 90 ਆ ਗਿਆ ਤੇ then ਇਸ ਕੇਸ ਦੇ ਅੰਦਰ f equal to bq भी sin 90 हो गया 1 जेडी की sin की मैक्सिमम वैल्यू आ therefore maximum force will act on the charge particle और वो force की वैल्यू आ गई bq क्या इतनी गल क्लियर Yes, sir. Yes, sir. ये इतनी फोर्स Yes, sir. इस फोर्स की हुन मैं डायरेक्शन कटनी होवे ते अपने को रूल सीगा फ्लेमिंग लेफ्ट हैंड रूल फ्लेमिंग लेफ्ट हैंड रूल कह रहा सी कि जे आ चार्ज पार्टिकल ठीक है जी इस वेले मान लो इधर नो मैग्नेटिक फील्ड आ फर्स्ट फिंगर मैग्नेटिक फील्ड आ ते आ फिंगर मेरी एज सच मोशन ऑफ पॉजिटिव चार्ज पार्टिकल ते पुੱਤ इस मोमेंट ते मेनू ये दिखदा पिया कि जदों चार्ज पार्टिकल मैग्नेटिक फील्ड तो परपेंडिकुलर आ ਤੇ ਇਸ ਪਾਰਟੀਕਲ ਤੇ ਫੋਰਸ ਜਿਹੜੀ ਆ ਉਹ ਇਹਦੇ ਅਪਵਰਡ ਲੱਗੀ ਆ ਥੰਬ ਵਾਲੀ ਫੋਰਸ ਫਿੰਗਰ ਦੇ ਇੱਥੇ ਦੱਸਦਾ ਪਿਆ ਉਹ ਫੋਰਸ ਇਸ ਪਾਰਟੀਕਲ ਦੇ ਉੱਪਰ ਨੂੰ ਲੱਗਣੀ ਆ ਜਿਹਦੇ ਕਰਕੇ ਕੀ ਹੋਏਗਾ ਇਸ ਪਾਰਟੀਕਲ ਦੀ ਮੋਸ਼ਨ ਦੇ ਜਦੋਂ ਪਰਪੈਂਡੀਕੂਲਰ ਫੋਰਸ ਲੱਗੀ ਉਹਨੇ ਪਾਰਟੀਕਲ ਨੂੰ ਘੁਮਾ ਕੇ ਸਰਕਲ ਤੇ ਲੈ ਜਾਣਾ ਇਹਦਾ ਮਤਲਬ ਤੁਹਾਡਾ ਜਿਹੜਾ ਇੱਥੇ ਚਾਰਜ ਪਾਰਟੀਕਲ ਹੋਏਗਾ +q ਕੂਲਮ ਦਾ ਜਦੋਂ ਫੋਰਸ ਐਸ ਸੱਚ ਅਸੀਂ ਫਲੇਮਿੰਗ ਲੈਫਟ ਹੈਂਡ ਰੂਲ ਦਾ ਇਸ ਪਾਰਟੀਕਲ ਤੇ ਕੈਲਕੂਲੇਟ ਕੀਤੀ ये पार्टिकल इस थां ते सर्कल ते घूमना शुरू हो जाएगा कंटीन्यूअसली ये पार्टिकल इस सर्कुलर पाथ पे मूव करता रहेगा जिदे विच इहदी कंटीन्यूअसली डायरेक्शन चेंज होती रहेगी बट इट कंटीन्यूअसली मूविंग विद सेम वेलोसिटी क्या इतनी गल समझ आई yes, sir. Yes, sir. इस कांसेप्ट दी लोड पैनी आ साइक्लोट्रॉन वाले टॉपिक ਨੂੰ ਸਮਝਣ ਲੱਗੇ ठीक है जी आज जो दसिया हुणी ਉੱਥੇ ਜਾ ਕੇ ਆਪਾਂ ਦੁਬਾਰਾ ਗੱਲ ਕਰਨੀ ਇਹਦਾ ਮਤਲਬ ਇੱਕ ਹੋ ਗਿਆ ਕਿ ਜੇ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ 'ਚ ਕੋਈ ਫੋਰਸ ਨਹੀਂ ਜੇ ਪਰਪੈਂਡੀਕੂਲਰ ਡਾਇਰੈਕਸ਼ਨ 'ਚ ਤੇ ਮੈਕਸਿਮਮ ਫੋਰਸ ਹੁਣ ਥਰਡ ਕੇਸ ਬਣਾ ਰਹੇ ਹਾਂ ਜਿਹੜਾ ਇੰਪੋਰਟੈਂਟ ਹੈ ਇਸ ਟੌਪਿਕ ਨੂੰ ਜਿਹੜਾ ਕਵਰ ਕਰੇਗਾ ਜੇ ਚਾਰਜ ਪਾਰਟੀਕਲ ਮੈਗਨੈਟਿਕ ਫੀਲਡ ਦੀ ਐਸਚ ਪ੍ਰੈਜ਼ੈਂਸ ਦੇ ਵਿੱਚ ਮੂਵ ਤੇ ਕਰੇ ਬਟ ਕਹਿੰਦਾ ਜੀ ਜਿਹੜਾ ਐਂਗਲ ਹੋਏਗਾ ਇਟ ਇਜ਼ ਨਾਟ ਟੂ ਬੀ ਕਹਿੰਦਾ ਜੀ 90 particle lies कहता जी particle moving at an angle theta with respect to magnetic ਤੇ ਜੇ ਇਸ ਮੂਵਮੈਂਟ ਤੇ ਅਸੀਂ ਕੈਲਕੂਲੇਟ ਕਰੀਏ ਠੀਕ ਹੈ ਕਿ ਪਾਰਟੀਕਲ ਮੈਗਨੈਟਿਕ ਫੀਲਡ ਤੋਂ ਐਸਐਚ ਥੀਟਾ ਐਂਗਲ ਤੇ ਹੈ ਬੇਟਾ ਉਹ ਤੇ ਬਾਰ-ਬਾਰ ਕਹੂੰਗਾ ਧਿਆਨ ਨਾਲ ਸਮਝ ਲਿਓ ਇਸ ਵੈਲੋਸਿਟੀ ਵੈਕਟਰ ਨੂੰ ਮੈਂ ਸਪਲਿਟ ਕਰਕੇ ਇਹਦੇ ਦੋ ਕੰਪੋਨੈਂਟ ਬਣਾ ਰਹੇ ਇੱਕ ਬਣ ਜਾਏਗਾ v cos ਥੀਟਾ ਇੱਕ ਬਣ ਜਾਏਗਾ v2 ਜਿਹਨੂੰ ਲਿਖਦਾ ਪਿਆ v sin ਥੀਟਾ v1 v2 ਲਿਖਣ ਦਾ ਕਾਰਨ ਆ ਗੱਲ ਸਮਝਿਓ ਧਿਆਨ ਨਾਲ ਜੇ ਮੈਂ ਆ ਲਿਖਾਂ ਕਿ ਵੀ ਜਿਹੜਾ v1 ਵੈਕਟਰ ਤੇ v ਵੈਕਟਰ ਆ ਇਹ ਦੋਨੋਂ ਇੱਕ ਦੂਜੇ ਦੇ ਕੀ ਨੇ Parallel ਹਨਾ ਤੇ ਪੈਰਲਲ ਵੈਕਟਰ ਚ ਐਂਗਲ ਕਿੰਨਾ ਹੁੰਦਾ 0 ਧਿਆਨ ਨਾਲ ਜੋ ਦੱਸ ਰਿਹਾ ਇੱਕ ਥੀਟਾ ਐਂਗਲ ਅਸੀਂ ਆ ਲੈ ਲਿਆ ਹਨਾ v1 ਤੇ v cos ਤੇ v sin ਦੋ ਕੰਪੋਨੈਂਟ ਬਣ ਗਏ ਹੁਣ ਇੱਕ ਅੱਗਿਓਂ ਐਂਗਲ ਸੋਚਾਂ ਤੇ ਆ v cos ਥੀਟਾ ਤੇ b ਦੇ ਵਿੱਚੋਂ ਹੁਣ ਜਿਹੜਾ v cos ਥੀਟਾ ਤੇ b ਆ ਇਹਨਾਂ ਦੋਨਾਂ ਚ ਜਿਹੜਾ ਐਂਗਲ ਆ ਉਹ 0 ਡਿਗਰੀ ਆ Yes, sir. ਗੱਲ ਸਮਝਿਓ ਧਿਆਨ ਨਾਲ ਕਨਫਿਊਜ਼ਨ ਕ੍ਰੀਏਟ ਹੋਣੀ ਅਸੀਂ ਆ ਥੀਟਾ ਨੂੰ ਤਾਂ ਨਹੀਂ ਨਾ 0 ਕਹਿੰਦੇ ਪਏ नो सर ਇਹਦਾ ਮਤਲਬ ਇੱਕ ਥੀਟਾ ਡੈਸ਼ ਕਰਕੇ ਐਂਗਲ ਲੈ ਰਿਹਾ ਥੋੜਾ ਰਿਸਪੌਂਡ ਕਰ ਲਿਆ ਉਦੋਂ ਬਾਕੀ ਜਾਣੇ ਇਹਦਾ ਮਤਲਬ ਇੱਕ ਥੀਟਾ ਡੈਸ਼ ਕਰਕੇ ਐਂਗਲ ਸੋਚਦੇ ਪਏ ਜਿਹੜਾ ਥੀਟਾ ਡੈਸ਼ ਐਂਗਲ ਆ ਉਹ ਵੈਲੋਸਿਟੀ ਵੈਕਟਰ ਜਿਹੜਾ ਤੁਹਾਡਾ v ਵੈਕਟਰ ਆ ਤੇ ਜਿਹੜਾ v cos ਥੀਟਾ ਕੰਪੋਨੈਂਟ ਆ ਇਹਨਾਂ ਦੋਨਾਂ ਦੇ ਵਿੱਚ ਕਿਉਂ ਐਂਗਲ ਇਹਦਾ ਮਤਲਬ ਇੱਕ ਥੀਟਾ ਹੋ ਗਿਆ ਇੱਕ ਥੀਟਾ ਡੈਸ਼ ਐਂਗਲ ਆ ਗਿਆ ਅਸੀਂ ਉਹ ਥੀਟਾ ਡੈਸ਼ ਇਹਨਾਂ ਵੇਰੀਏਬਲ ਦੀ ਕਨਫਿਊਜ਼ਨ ਨੂੰ ਖਤਮ ਕਰਨ ਲਈ ਅਸੀਂ v cos ਥੀਟਾ ਨੂੰ v1 ਪੜ੍ਹ ਲੈਂਦੇ यानी v1 वेक्टर ते b वेक्टर both are parallel to each other ते b वेक्टर ते v2 वेक्टर they are perpendicular to one another क्या इतनी गल समझ लगी यस सर yes sir समझो गल ध्यान ना समझण वाला ही सारा कुछ ਤੁਹਾਡੇ ठीक है बाद चो ਆਪਾਂ ਰਿਟਰਨ ਕੰਮ ਸ਼ੁਰੂ ਕਰਾਂਗੇ ਹੁਣ ਜੇ ਮੈਂ ਇਤੋਂ ਚੱਲਾਂ ਜਿਹੜਾ v1 ਕੰਪੋਨੈਂਟ ਤੇ ਮੈਗਨੈਟਿਕ ਫੀਲਡ ਆ both lies in same direction ਤੇ ਜੇ ਦੋ ਵੈਕਟਰ ਸੇਮ ਡਾਇਰੈਕਸ਼ਨ ਚ ਉੱਪਰ ਕਹਿ ਕੇ ਆਏ ਆ
इस वेलोसिटी कंपोनेंट दे करके मैग्नेटिक फील्ड दे अंडर इस चार्ज पार्टिकल ते कोई फोर्स लाई नहीं करेगी। ये मतलब पार्टिकल कंटीन्यूअसली अपनी कांस्टेंट स्पीड ना स्ट्रेट पाथ पे चलता रहूगा। Yes, sir. Yes, sir. at the same time जेड़ा v2 कंपोनेंट है वेलोसिटी दा ये मैग्नेटिक फील्ड दे परपेंडिकुलर आ ते ऊपर ਅਸੀਂ ਹੁਣੀ ਗੱਲ ਕਹਿ ਕੇ ਹਟੇ ਕਿ ਜੇ ਵੈਲੋਸਿਟੀ ਵੈਕਟਰ ਮੈਗਨੈਟਿਕ ਫੀਲਡ ਦੇ ਪਰਪੈਂਡੀਕੁਲਰ ਹੋਵੇ ਇਹ ਪਾਰਟੀਕਲ ਨੂੰ ਕਿਹੜਾ ਪਾਥ ਦਿੰਦਾ? Parabolic. ਇਹਦਾ ਮਤਲਬ ਹੋ ਗਿਆ ਵੈਲੋਸਿਟੀ ਦੇ ਇਸ ਕੰਪੋਨੈਂਟ ਕਰਕੇ ਪਾਰਟੀਕਲ ਸਰਕਲ ਤੇ ਘੁੰਮੇਗਾ ਪਰ ਵੈਲੋਸਿਟੀ ਦੇ ਇਸ ਕੰਪੋਨੈਂਟ ਦੇ ਕਰਕੇ ਪਾਰਟੀਕਲ ਮੇਰੇ ਕੋਲ ਅੱਗੇ ਨੂੰ ਜਾਣਾ ਚਾਹੂ। ਇਹਦਾ ਮਤਲਬ ਅੰਡਰ ਦਾ ਕੰਬਾਈਨਡ ਇਫੈਕਟ ਆਫ ਟੂ ਟਾਈਪ ਆਫ ਮੋਸ਼ਨ under the combined effect of two type of motion particle ਜਦੋਂ move ਕਰੇਗਾ inclined direction to magnetic field particle ਦਾ ਜਿਹੜਾ path ਹੋਏਗਾ ਉਹ as such ਇੱਕ helical path ਬਣੂ। Yes, sir. Yes, sir. Yes, sir. ਫਿਰ ਰਿਪੀਟ ਕਰ ਰਹੇ ਹਾਂ ਇੱਕੋ ਟਾਈਮ ਤੇ ਮੇਰੇ ਕੋਲ ਦੋ ਤਰ੍ਹਾਂ ਦੇ ਪਾਥ ਵਾ। ਇੱਕ ਵੈਲੋਸਿਟੀ ਦਾ ਕੰਪੋਨੈਂਟ ਨੂੰ ਸਰਕਲ 'ਚ ਘੁਮਾਉਣਾ ਚਾਹੁੰਦਾ, ਇੱਕ ਵੈਲੋਸਿਟੀ ਦਾ ਕੰਪੋਨੈਂਟ ਨੂੰ ਸਟ੍ਰੇਟ ਲਾਈਨ ਲੈ ਕੇ ਜਾਂਦਾ। ਤੇ ਜੇ ਸਰਕੂਲਰ ਪਲੱਸ ਸਟ੍ਰੇਟ ਲਾਈਨ ਪਾਥ ਨੂੰ ਕੰਬਾਈਨ ਕਰ ਲਵਾਂ ਤਾਂ ਅਸੀਂ ਕਹਿੰਦੇ ਪਾਰਟੀਕਲ ਦਾ ਜਿਹੜਾ ਪਾਥ ਹੋਏਗਾ ਉਹ ਹੈਲੀਕਲ ਪਾਥ ਹੋਏਗਾ। ਨਾਲੋਂ ਨਾਲ ਜੋ ਸਰਕਲ ਕੰਪਲੀਟ ਕਰਦਾ ਜਾਊਗਾ ਤੇ ਨਾਲੋਂ ਨਾਲ ਜਿਹੜਾ ਉਹ ਫਾਰਵਰਡ ਵੀ ਮੂਵ ਕਰੇਗਾ। ਯਾਨੀ ਉਸੇ ਮੈਂ ਸਾਈਕਲ ਦੇ ਸਟੈਂਡ ਨੂੰ ਐਸਾ ਜੋ ਸਟੈਂਡ ਤੇ ਲਾਤਾ ਸਾਈਕਲ ਨੂੰ ਤੇ ਉਹਦਾ ਪੈਡਲ ਘੁਮਾਈ ਚੱਲਾਂ ਉਹ ਆ ਸਰਕੂਲਰ ਪਾਥ। ਪਰ ਮੈਂ ਸਟੈਂਡ ਤੋਂ ਲਾ ਕੇ ਉਹਦਾ ਪੈਡਲਿੰਗ ਕਰਾਂ ਤੇ ਉਹ ਨਾਲ ਨਾਲ ਸਰਕੂਲਰ ਪਾਥ ਨਾਲ ਅੱਗੇ ਨੂੰ ਵੀ ਜਾਣਾ। जिन्ना हॉरिजॉन्टल डिस्टेंस एज सच पार्टिकल कवर करेगा इन वन कंप्लीट रेवोल्यूशन ओनू असी एज सच हेलिक्स दी पिच कहने। मैं एक टर्म इंट्रोड्यूस करदा पिया आ पाथ हेलिकल हो गया ते एक वर्ड यूज हुंदा पिच ऑफ अ हेलिक्स ते पिच ऑफ अ हेलिक्स वर्ड दा मतलब आ कि एक सर्कुलर लेंथ कवर करदे एक सर्कुलर लेंथ कवर करते पार्टिकल अपनी पोजीशन तो कितना आगे निकल गया। ठीक है ते जिन्ना हॉरिजॉन्टल डिस्टेंस पार्टिकल कवर करता पिया ठीक है ड्यूरिंग वन कंप्लीट रेवोल्यूशन इस चीज का नाम ਅਸੀਂ ਇਹਨੂੰ ਪਿਚ ਕਹਿ ਕੇ ਦਿੰਦੇ ਹਾਂ क्योंकि ये बिल्कुल हेलिकल पाथ दी पिच आ गई। क्या वर्ड समझ आया? Yes, sir. Yes, sir. ਹੁਣ ਇਸੇ ਪਿਚ ਦੀ ਕਿੰਨੀ ਵੈਲਿਊ ਆ ਠੀਕ ਹੈ ਉਹਨੂੰ ਕੈਲਕੂਲੇਟ ਕਰਨ ਲਈ ਆਪਾਂ ਅਗਲੇ ਸਾਰੇ ਮੈਥਮੈਟੀਕਲ ਪੋਰਸ਼ਨ ਲੈ ਲਾਂਗੇ। ਹੁਣ ਇੱਥੋਂ ਦੁਬਾਰਾ ਸ਼ੁਰੂ ਕਰ ਰਹੇ ਹਾਂ ਬੇਟਾ। ਉੱਥੇ ਜਿਹੜਾ ਵੈਲੋਸਿਟੀ ਦਾ ਕੰਪੋਨੈਂਟ v2 ਵਾਲਾ ਸੀਗਾ ਉਹ ਪਾਰਟੀਕਲ ਨੂੰ ਸਰਕੂਲਰ ਪਾਥ ਤੇ ਘੁਮਾਉਂਦਾ। ਅਸੀਂ +1 ਚ ਪੜਿਆ ਵਾ ਕੋਈ ਵੀ ਬਾਡੀ ਜਦੋਂ ਸਰਕੂਲਰ ਪਾਥ ਤੇ ਮੂਵ ਕਰਦੀ ਆ ਉਹਨੂੰ ਕਿਹੜੀ ਫੋਰਸ ਚਾਹੀਦੀ ਹੁੰਦੀ? सेंट्रीपिटल फोर्स। ਸੈਂਟਰੀਪੀਟਲ ਫੋਰਸ। ਕਹਿੰਦਾ ਜੀ ਜਿਹਦਾ ਅਰਥ ਸਨ ਦੇ ਅਰਾਊਂਡ ਰਿਵੋਲਵ ਕਰਦੀ ਅਰਥ ਨੂੰ ਸੈਂਟਰੀਪੀਟਲ ਫੋਰਸ ਰਿਕੁਆਇਰਡ ਆ। ਦਿੰਦਾ ਕੌਣ? ਅਸੀਂ ਕਹਿੰਦੇ ਜੀ ਸਨ ਔਰ ਅਰਥ ਦੇ ਵਿਚਲੀ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਆ। ਜੇ ਇਲੈਕਟ੍ਰੋਨ ਨਿਊਕਲੀਅਸ ਦੇ ਅਰਾਊਂਡ ਰਿਵੋਲਵ ਕਰਦਾ ਇਲੈਕਟ੍ਰੋਨ ਨੂੰ ਸੈਂਟਰੀਪੀਟਲ ਫੋਰਸ ਚਾਹੀਦੀ ਆ। ਜਿਹੜੀ ਨਿਊਕਲੀਅਸ ਤੇ ਇਲੈਕਟ੍ਰੋਨ ਦੇ ਵਿੱਚ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਆ ਉਹ ਉਹਨੂੰ ਸੈਂਟਰੀਪੀਟਲ ਫੋਰਸ ਬਣਾ ਕੇ ਦਿੰਦੀ। ਇਹਦਾ ਸਿਮਿਲਰ ਵੇ जे इत्थे पार्टिकल ने सर्कुलर पाथ कवर करना ते सर्कुलर पाथ कवर करन लई जेडी सेंट्रीपिटल फोर्स रिक्वायर्ड आ वो एज सच इस मैग्नेटिक फोर्स ने सप्लाई करनी। Yes, sir. Yes, Yes, sir. yes, sir. Yes, sir. Yes, समझ लगी सारे नु? Yes, sir. yes, sir. Yes, sir. हुन इस चीज कर दो। तो इस केस के अंदर अपन थर्ड केस ये बनाया if velocity vector and magnetic field are inclined at an angle theta then can I resolve velocity vector into v1 and v2 ठीक है as shown in figure। इस फिगर के अकॉर्डिंगली ਆਪਾਂ ਇਹਨੂੰ ਰਿਜ਼ੋਲਵ ਕਰ ਲਿਆ ਤੇ देयरफॉर अगला पोर्शन ਸਾਡੇ ਕੋਲ ਇਹ ਬਣੇਗਾ ਪਾਰਟੀਕਲ ਜਿਹੜਾ ਸਰਕੂਲਰ ਪਾਥ ਤੇ ਮੂਵ ਕਰਦਾ ਪਿਆ we know that ਇਹ ਤੋਂ ਸ਼ੁਰੂ ਕਰ ਰਹੇ ਹਾਂ we know that
सेंट्रीपिटल फोर्स, ठीक है, जिन्हों FC लिखदा पिया, is provided by centripetal force is provided by magnetic force नु FB लिख दो, ठीक है, दैट इज, एक सेकेंड रुकिए, चलो, दैट इज FC इक्वल टू FB, ये निकल समय लगी पहलो, Yes, sir. Yes, sir. therefore जे तो कंटिन्यू करिए, सेंट्रीपिटल फोर्स का फार्मूला होगा mv²r। ਹੁਣ ਗੱਲ ਸਮਝ ਲਿਓ ਧਿਆਨ ਨਾਲ, ਆਪਣੀ ਜਿਹੜੀ ਵੈਲੋਸਿਟੀ ਇਹਨੂੰ ਸਰਕਲ ਚ ਘੁਮਾਉਂਦੀ ਪਈ, ਉਹਦਾ ਨਾਮ v2 ਹੈਗਾ। हाँ जी सर। Yes, Yes, sir. ਤੇ ਜੇ ਮੈਂ v sin θ ਲਿਖਾਂ, ਥੋੜਾ ਜਿਹਾ ਐਸ ਚ ਬਾਰ-ਬਾਰ ਵੇਰੀਏਬਲ ਲਿਖਣਾ ਔਖਾ ਹੋ, ਇਸ ਲਈ ਉਹਨੂੰ ਸ਼ਾਰਟ ਚ v2 ਲਿਖਾਂਗਾ। ਇਸ ਲਈ ਸੈਂਟਰੀਪੀਟਲ ਫੋਰਸ ਆ ਗਈ mv²r, ਤੇ ਮੈਗਨੈਟਿਕ ਫੋਰਸ ਦਾ ਫਾਰਮੂਲਾ ਆਪਾਂ ਇੱਥੇ ਲਿਖ ਕੇ ਨੇ vqb ਹੁੰਦਾ, ਤੇ ਜੇ ਆਪਣੀ ਵੈਲੋਸਿਟੀ ਲਵਾਂ ਤੇ ਉਹ v2 ਆ, ਇਹਨੂੰ vq v2 ਦੇ ਨਾਲ ਇਕੁਏਟ ਕਰਦਾ ਹੈ ਜੀ, ਕਲੀਅਰ ਆ? yes, sir. Yes, sir. ਇਹਦੇ ਵਿੱਚੋਂ ਇੱਕ v2 ਕੈਨਸਲ ਕਰਕੇ ਇਥੋਂ r ਕੱਢ ਦਈਏ ਤੇ r ਦਾ ਫਾਰਮੂਲਾ ਆ ਗਿਆ mv/vq, ਯਾਨੀ ਜਿਹੜੇ ਪਾਰਟੀਕਲ ਨੇ ਸਰਕੂਲਰ ਪਾਥ ਤੇ ਮੂਵ ਕਰਨਾ, ਇਸ ਸਰਕਲ ਦਾ ਜੇ ਰੇਡੀਅਸ ਕੱਢਣਾ ਹੋਵੇ ਤੇ ਉਹ ਐਸ ਸੱਚ ਇਹਨਾਂ ਵੇਰੀਏਬਲ ਤੇ ਡਿਪੈਂਡ ਕਰੇਗਾ, ਕਲੀਅਰ ਆ? Yes, sir. Yes, Yes, sir. sir. Yes, sir. ਇਸੇ Yes, sir. ਕੈਲਕੂਲੇਟ ਕਰਨਾ ਕਿ ਜਦੋਂ ਪਾਰਟੀਕਲ ਸਰਕੂਲਰ ਪਾਥ ਤੇ ਮੂਵ ਕਰਦਾ, ਉਹਦੀ ਪੁੱਤ ਐਂਗੂਲਰ ਵੈਲੋਸਿਟੀ ਕਿੰਨੀ, ਉਹਦੀ ਫ੍ਰੀਕੁਐਂਸੀ ਕਿੰਨੀ, ਉਹਦਾ ਟਾਈਮ ਪੀਰੀਅਡ ਕਿੰਨਾ। ਉਹਦੇ ਲਈ ਆਪਾਂ ਇਥੋਂ v2 ਕੱਢ ਦਿੰਨੀ ਆ, ਤੇ v2 ਦਾ ਫਾਰਮੂਲਾ ਬਣ ਗਿਆ vqr/m। we know that आप +1 ਚ ਪੜਿਆ ਹੋਇਆ ਫਾਰਮੂਲਾ v = r ਓਮੇਗਾ, ਲੀਨੀਅਰ ਤੇ ਐਂਗੂਲਰ ਵੈਲੋਸਿਟੀ ਦਾ ਰਿਲੇਸ਼ਨ, ਤੇ ਓਮੇਗਾ ਨੂੰ ਟਾਈਮ ਪੀਰੀਅਡ ਦੀ ਫਾਰਮ ਚ ਲਿਖਣਾ ਹੋਵੇ ਤੇ 2π/t ਲਿਖਦਾ ਕਿ Yes, sir. Yes, sir. Yes, sir. ਲਿਖ ਕੇ ਚੱਲ ਰਹੇ, ਕਿਉਂਕਿ ਆਪਣੀ ਵੈਲੋਸਿਟੀ v2 ਨਾਲ ਰਿਪਰੈਜ਼ੈਂਟ, ਇਸ ਲਈ v2 ਲਿਖਤਾ। ਆ v2 ਦੀ ਥਾਂ ਤੇ ਇੱਥੇ ਵੈਲਿਊ ਭਰ ਦਿਓ, therefore ਆਪਣੇ ਕੋਲ ਫਾਰਮੂਲਾ ਆ ਗਿਆ 2πr/t = vqr/m। ਇਹਦੇ ਵਿੱਚੋਂ r ਕੈਨਸਲ, ਇਹ ਤੋਂ ਟਾਈਮ ਪੀਰੀਅਡ ਦਾ ਫਾਰਮੂਲਾ ਕੱਢ ਲਾਂਗਾ, ਵੈਲਿਊ ਆ ਗਈ, ਟਾਈਮ ਪੀਰੀਅਡ ਦਾ ਫਾਰਮੂਲਾ ਆ ਜਾਏਗਾ ਜੀ 2πm/vq। ਗੱਲ ਸਮਝਿਓ ਧਿਆਨ ਨਾਲ, ਅਗਲੇ ਟੌਪਿਕ 'ਚ ਸਾਨੂੰ ਵਰਡ ਚਾਹੀਦੇ ਹੋਣਗੇ, ਦੋ ਚੀਜ਼ਾਂ ਦੱਸਣ ਲੱਗਿਆ। ਇਹ ਤੋਂ ਪਾਰਟੀਕਲ ਦਾ ਮਾਸ ਫਿਕਸ ਵਾ, ਚਾਰਜ ਪਾਰਟੀਕਲ ਦੀ ਚਾਰਜ ਵੈਲਿਊ ਫਿਕਸ ਵਾ, ਮੈਗਨੈਟਿਕ ਫੀਲਡ 1 ਟੈਸਲਾ ਕਿ 10 ਟੈਸਲਾ ਜਿਹੜਾ ਅਸੀਂ ਅਪਲਾਈ ਕੀਤਾ ਹੋਇਆ ਉਹ ਫਿਕਸ ਵਾ, ਤੇ ਰੇਡੀਅਸ ਦੀ ਵੈਲਿਊ ਜਿਹੜੀ ਪਾਰਟੀਕਲ ਦੀ ਵੈਲੋਸਿਟੀ ਤੇ ਡਿਪੈਂਡੈਂਟ ਹੋਏਗੀ। Yes, sir. Yes, sir. Yes, sir. ਜਿੰਨੀ ਪਾਰਟੀਕਲ ਦੀ ਵੈਲੋਸਿਟੀ ਵੱਧਦੀ ਜਾਏਗੀ, ਇਹ ਲਾਈਨ ਇੰਪੋਰਟੈਂਟ ਆ ਸਾਈਕਲੋਟ੍ਰੋਨ ਵਾਸਤੇ, ਜਿੰਨੀ ਪਾਰਟੀਕਲ ਦੀ ਵੈਲੋਸਿਟੀ ਵੱਧਦੀ ਜਾਏਗੀ ਉਨਾ ਹੀ ਪਾਰਟੀਕਲ ਦਾ ਜਿਹੜਾ ਸਰਕਲ ਆ ਉਹਦਾ ਰੇਡੀਅਸ ਵੱਡਾ ਹੁੰਦਾ ਜਾਣਾ। ਇਹ ਲਾਈਨ ਨੂੰ ਵਰਤਾਂਗੇ ਅੱਗੇ ਜਾ ਕੇ। ਦੂਜੇ ਪਾਸੇ ਟਾਈਮ ਪੀਰੀਅਡ ਦੇਖੋ ਕਿਹੜੀ ਕਿਹੜੀ ਚੀਜ਼ ਤੇ ਡਿਪੈਂਡੈਂਟ ਹੈ, 2π ਕਾਂਸਟੈਂਟ ਆ, ਮਾਸ ਆਫ ਪਾਰਟੀਕਲ ਕਾਂਸਟੈਂਟ ਆ, ਚਾਰਜ ਕਾਂਸਟੈਂਟ ਆ, ਤੇ ਕਿਸੇ ਰੀਜਨ 'ਚ ਅਪਲਾਈਡ ਮੈਗਨੈਟਿਕ ਫੀਲਡ ਵੀ ਕਾਂਸਟੈਂਟ ਆ। ਇਹਦਾ ਮਤਲਬ ਟਾਈਮ ਪੀਰੀਅਡ ਦੀ ਵੈਲਿਊ ਕਾਂਸਟੈਂਟ ਰਹੂਗੀ। Yes, sir. दोनों ही वर्ड वेलोसिटी वाला, ठीक है, रेडियस वाला ते वेलोसिटी वाला ते टाइम पीरियड, ये साइक्लोट्रॉन च लोड होएगी। इथों चला गल ਨੂੰ ਕੰਟੀਨਿਊ ਕਰਾਂ ਤੇ ਆਪਾਂ ਇੱਥੇ ਕਿਹਾ ਸੀਗਾ ਕਿ ਵੀ ਇਹ ਮੇਰੇ ਕੋਲ ਟਾਈਮ ਪੀਰੀਅਡ ਆ ਗਿਆ ਜਿਹੜਾ ਪਾਰਟੀਕਲ ਸਰਕੂਲਰ ਪਾਥ ਨਾਲ ਕਵਰ ਕਰਦਾ ਪਿਆ। ਤੇ ਬੱਚੇ ਇਥੋਂ ਚੱਲੋ, ਮੈਂ ਪਿਚ ਕੱਢਣੀ ਹੈ ਕਿ ਵੀ ਇੱਕ ਹੌਰੀਜ਼ੌਂਟਲ, ਇੱਕ ਰੈਵੋਲੂਸ਼ਨ ਪੂਰੀ ਹੋਣ ਤੇ ਉਹਨੇ ਹੌਰੀਜ਼ੌਂਟਲ ਕਿੰਨਾ ਡਿਸਟੈਂਸ ਕਵਰ ਕੀਤਾ। ਤੇ ਆਪਾਂ ਜੇ ਤੋਂ ਹੁਣ ਗੱਲ ਕਰੀਏ, ਵੀ ਨੋ ਦੈਟ ਪਿਚ ਆ ਗਿਆ डिस्टेंस ਨੂੰ ਕਿਹਾ ਜਾ ਰਿਹਾ, ਤੇ डिस्टेंस ਨੂੰ ਮੈਂ ਐਸ ਸੱਚ ਸਪੀਡ ਇਨਟੂ ਟਾਈਮ ਲਿਖ ਦੇਣਾ। स्पीड का फॉर्मूला डिस्टेंस ओवर टाइम, स्पीड डिस्टेंस मेरे को स्पीड इनटू टाइम आ गया, ठीक है। पार्टिकल जेडी स्पीड ना इस हॉरिजॉन्टल डिस्टेंस नु कवर करता पिया, वो स्पीड मेरी v1 होएगी। Yes, sir. Yes, sir. Yes, sir. गल दोबारा सुनो, जेडी टोटल वेलोसिटी सी ओदे विचों जेड़ा v2 कंपोनेंट आ वो पार्टिकल नु सिर्फ सर्कल जी घुमांदा पिया, ठीक है, स्पीड नु कुछ नहीं करता।
ਜਿਹੜਾ ਕੰਪੋਨੈਂਟ v1 ਹੈ ਇਹ ਪਾਰਟੀਕਲ ਨੂੰ ਹੌਰੀਜ਼ੌਂਟਲੀ ਅੱਗੇ ਲੈ ਕੇ ਚੱਲਦਾ ਪਿਆ। ਇਹਦਾ ਮਤਲਬ ਹੋ ਗਿਆ ਕਿ ਜਿਹੜਾ ਹੌਰੀਜ਼ੌਂਟਲ ਡਿਸਟੈਂਸ ਕਵਰ ਹੋਇਆ ਉਹਦੇ ਲਈ v1 ਰਿਸਪੌਂਸਿਬਲ ਹੋਏਗਾ। Yes, sir. Yes, sir. Yes, sir. ਔਰ ਇੱਕ ਰੈਵੋਲੂਸ਼ਨ ਪੂਰੀ ਹੋਣ ਲਈ ਜਿੰਨਾ ਟਾਈਮ ਲੱਗਦਾ ਉਹਨੂੰ ਟਾਈਮ ਪੀਰੀਅਡ ਕਹਿੰਦੇ। ਔਰ ਦੂਜਾ ਵਰਡ ਇਹ ਆਪਾਂ ਆਲਰੇਡੀ ਉੱਪਰ ਇਹ ਦੱਸਿਆ ਸੀ ਕਿ ਜਦੋਂ ਐਸਐਚ ਵੈਲੋਸਿਟੀ ਤੇ ਮੈਗਨੈਟਿਕ ਫੀਲਡ ਸੇਮ ਡਾਇਰੈਕਸ਼ਨ 'ਚ ਕੋਈ ਫੋਰਸ ਨਹੀਂ ਲੱਗਦੀ, ਇਹਦੇ ਨਾਲ ਪਾਰਟੀਕਲ ਦੀ ਸਪੀਡ ਕਨਸਟੈਂਟ ਆ, ਕੋਈ ਐਕਸਲਰੇਸ਼ਨ ਨਹੀਂ ਹੈਗੀ। ਇਸ ਲਈ ਇੱਥੇ ਡਿਸਟੈਂਸ ਕੱਢਣ ਲਈ s ut plus half at square ਜੇ ਮੈਂ ਲਗਾਵਾਂ ਉਹਦੇ ਵਿੱਚੋਂ a ਦੀ ਵੈਲਿਊ 0 ਆ, ਇਸ ਲਈ s ਕੱਲਾ ut ਰਹਿ ਜਾਊ। Yes, sir. Yes, sir. Yes, sir. u into t, u ਦਾ ਮਤਲਬ ਹੋ ਗਿਆ ਸਪੀਡ into ਟਾਈਮ। ਆ ਫਾਰਮੂਲਾ ਕਿਉਂ ਲਾਇਆ? ਪੂਰਾ ut plus half at square ਕਿਉਂ ਨਹੀਂ ਲਾਇਆ? ਗੱਲ ਸਮਝ ਆਈ? Yes, sir. Yes, sir. ਸੋ ਡਿਸਟੈਂਸ ਨੂੰ d ਨਾਲ ਸਪੀਡ ਵਿੱਚ v1 ਆ ਗਈ ਤੇ ਟਾਈਮ ਮੇਰਾ t ਆ ਗਿਆ, ਟਾਈਮ ਪੀਰੀਅਡ। ਦੈਟ ਇਜ਼ ਮਾਈ ਕੋ ਡਿਸਟੈਂਸ ਯਾਨੀ ਪਿਚ ਦਾ ਫਾਰਮੂਲਾ v1 * t ਬਣ ਜੂ। v1 ਦੀ ਵੈਲਿਊ ਲਿਖਣੀ ਹੋਵੇ ਲਿਖ ਸਕਦੇ ਹੋ, therefore v1 v cos θ और टाइम पीरियड का ਜਿਹੜਾ ਫਾਰਮੂਲਾ ਆਇਆ ਉਹਨੇ ਨਾਲ ਮਲਟੀਪਲਾਈ ਕਰ ਦੋ 2 ਪਾਈ m/b। ਆਮ ਇਕੁਅਲ ਐਸ ਸੱਚ ਸੌਰੀ ਆਮ ਇਕੁਅਲ ਐਸ ਸੱਚ ਪਿਚ ਦਾ ਫਾਰਮੂਲਾ ਆ ਜੂ। Yes, sir. Yes, sir. ਟੌਪਿਕ ਪੂਰਾ ਵਾ, ਇੱਕ ਵਾਰੀ ਨਿਗਾਹ ਮਾਰੋ, ਜੇ ਲੱਗ ਰਿਹਾ ਦੁਬਾਰਾ ਕੁਝ ਪੁੱਛਣ ਵਾਲਾ ਤਾਂ ਫੇਰ ਦੁਬਾਰਾ ਬੋਲੋ। ਨਿਗਾਹ ਮਾਰੋ ਜਲਦੀ ਜਲਦੀ। ਜਦੋਂ ਸਟ੍ਰੇਟ ਲਾਈਨ ਤੇ ਵੈਲੋਸਿਟੀ ਤੇ ਮੈਗਨੈਟਿਕ ਫੀਲਡ ਆ ਉਦੋਂ ਕੀ ਹੋਇਆ? ਪਰਪੈਂਡੀਕੂਲਰ ਸੀ ਉਦੋਂ ਕੀ ਹੋਇਆ? ਤੇ ਜੇ ਐਂਗਲ ਤੇ ਆਏ ਤੇ ਉਦੋਂ ਪਾਰਟੀਕਲ ਦੇ ਪਾਥ ਤੇ ਕਿਆ ਇਫੈਕਟ ਪਿਆ? ਕਿਆ ਇੰਨਾ ਸਮੇਂ ਲੱਗਿਆ ਸਾਰਿਆਂ ਨੂੰ? Yes, sir. Yes, sir. Yes, sir. Yes, sir. ਇੱਕ ਵਾਰੀ ਤਸੱਲੀ ਨਾਲ ਨਿਗਾਹ ਮਾਰੋ, ਜੇ ਲੱਗ ਰਿਹਾ ਕੁਝ ਪੁੱਛਣ ਵਾਲਾ ਤਾਂ ਬੋਲੋ ਦੁਬਾਰਾ। ਹਾਂਜੀ ਕਲੀਅਰ ਬੇਟਾ? ਲਾਸਟ ਸਟੈਪ ਦੱਸ ਦੋ। ਉੱਤੇ ਲਾਸਟ ਸਟੈਪ ਦੇ ਅੰਦਰ ਅਸੀਂ ਇਹ ਦੱਸਿਆ ਅਨਮੋਲ ਕਿ ਵੀ ਜਦੋਂ ਆਪਾਂ ਇਹ ਦੇਖਣਾ ਨਾ ਕਿ ਵੀ ਪਾਰਟੀਕਲ ਇੱਥੋਂ ਤੁਰਿਆ, ਅਸੀਂ ਕਿਹਾ ਜੀ ਮੁੜ ਕੇ ਇੱਥੇ ਪਹੁੰਚ ਗਿਆ, ਇੱਕ ਸਰਕਲ ਕੰਪਲੀਟ ਹੁੰਦੇ ਹੁੰਦੇ, ਇਹਦਾ ਮਤਲਬ ਉਹਨੇ ਕੁਝ ਹੌਰੀਜ਼ੌਂਟਲ ਡਿਸਟੈਂਸ ਵੀ ਕਵਰ ਕੀਤਾ ਜਦੋਂ ਉਹਨੇ ਐਸਐਚ ਸਰਕੂਲਰ ਪਾਥ ਕਵਰ ਕੀਤਾ। ਜਿਹਦਾ ਪਿਓਰ ਸਰਕਲ 'ਚ ਘੁੰਮਦਾ, ਅਸੀਂ +1 'ਚ ਦੋ ਵਰਡ ਪੜ੍ਹੇ ਬੇਟਾ, ਇੱਕ ਰੋਟੇਸ਼ਨ ਤੇ ਇੱਕ ਅਸੀਂ ਕਹਿੰਦੇ ਜੀ ਰੋਲਿੰਗ। ਜਦੋਂ ਮੈਂ ਕਿਹਾ ਸੀ ਆਪਾਂ ਐਸਐਚ ਸਾਈਕਲ ਨੂੰ ਸਟੈਂਡ ਤੇ ਲਾ ਕੇ ਫਿਰ ਪੈਡਲਿੰਗ ਕਰੀਏ ਨਾ, ਉਹ ਰੋਟੇਸ਼ਨ ਆ। ਸਾਈਕਲ ਦਾ ਟਾਇਰ ਸਿਰਫ ਆਪਣਾ ਸਰਕੂਲਰ ਪਾਥ ਹੀ ਕੰਪਲੀਟ ਕਰਦਾ ਵਾ, ਪਰ ਜਦੋਂ ਅਸੀਂ ਸਟੈਂਡ ਤੋਂ ਲਾ ਕੇ ਸਾਈਕਲ ਨੂੰ ਪੈਡਲ ਕਰੀਏ ਤਾਂ ਅਸੀਂ ਕਹਿੰਦੇ ਜੀ ਉਹ ਐਸਐਚ ਨਾਲੋਂ ਨਾਲ ਤੇ ਘੁੰਮਦਾ ਤੇ ਨਾਲੋਂ ਨਾਲ ਅੱਗੇ ਚੱਲਦਾ। ਇਹਦਾ ਮਤਲਬ ਆ ਉਹਨੂੰ ਅਸੀਂ ਰੋਲਿੰਗ ਕਹਿੰਦੇ ਆ। ਉਦਾਂ ਦਾ ਕੁਝ ਇੱਥੇ ਵੀ ਹੋ ਰਿਹਾ, ਪਾਰਟੀਕਲ ਨਾਲੋਂ ਨਾਲ ਤੇ v2 ਕੰਪੋਨੈਂਟ ਕਰਕੇ ਸਰਕਲ 'ਚ ਘੁੰਮਦਾ ਤੇ ਦੂਜੇ ਪਾਸੇ v1 ਕੰਪੋਨੈਂਟ ਕਰਕੇ ਅੱਗੇ ਨੂੰ ਵੀ ਜਾਂਦਾ। ਉਹ ਕਹਿੰਦਾ ਉਹਦਾ ਅੱਗੇ ਜਾਣ ਦਾ ਡਿਸਟੈਂਸ ਕੱਢੋ, ਜਿਹਨੂੰ ਅਸੀਂ ਪਿਚ ਕਿਹਾ ਵਾ। ਤੇ ਪਿਚ ਮੇਰੇ ਕੋਲ ਆ ਗਿਆ ਡਿਸਟੈਂਸ। ਮੈਂ ਇਹ ਬੋਲਿਆ ਬੇਟਾ ਕਿ ਐਸਐਚ ਡਿਸਟੈਂਸ ਕੱਢਣਾ, ਡਿਸਟੈਂਸ ਦੀ ਇਕੁਏਸ਼ਨ ਆ ਵਾ ut plus half at square। ਪਰ ਆਪਣੇ ਕੇਸ ਦੇ ਅੰਦਰ ਆਪਾਂ u ਨੂੰ ਜਿਹੜਾ ਵਾ ਡਿਸਟੈਂਸ ਦਾ ਸਿੰਬਲ ਮੈਂ d ਲਿਖ ਲਿਆ, u ਦੀ ਥਾਂ ਤੇ ਮੈਂ ਸਿੰਬਲ v1 ਲਿਖ ਲਿਆ ਤੇ ਜਿੰਨਾ ਟਾਈਮ ਲੱਗਦਾ ਇੱਕ ਐਸਐਚ ਰੈਵੋਲੂਸ਼ਨ ਪੂਰੀ ਹੋਣ ਲਈ ਉਹ ਟਾਈਮ ਮੇਰਾ t ਆ ਗਿਆ, ਪਲੱਸ ਇਹਨੂੰ 0 ਕਹਿਤਾ। ਉਹ ਇਸ ਲਈ 0 ਕਿਹਾ ਕਿਉਂਕਿ ਆਪਣੇ ਕੋਲ ਜਦੋਂ ਪਾਰਟੀਕਲ ਤੇ ਵੈਲੋਸਿਟੀ ਤੇ ਪਾਰਟੀਕਲ ਵੈਲੋਸਿਟੀ ਵੈਕਟਰ ਤੇ ਮੈਗਨੈਟਿਕ ਦੋਨੋਂ ਸੇਮ ਡਾਇਰੈਕਸ਼ਨ ਜਾਂਦੇ ਆ ਤੇ ਬੱਚੇ ਉਦੋਂ ਪਾਰਟੀਕਲ ਅਸੀਂ ਕਿਹਾ ਕੋਈ ਫੋਰਸ ਲਾਈ ਨਹੀਂ ਕਰਦੀ। ਇਹਦਾ ਮਤਲਬ ਹੋ ਗਿਆ ਜੇ ਫੋਰਸ ਇਸ ਡਾਇਰੈਕਸ਼ਨ 'ਚ ਕੋਈ ਨਹੀਂ ਲਾਈ ਕਰਦੀ ਤੇ ਐਕਸਲਰੇਸ਼ਨ ਵੀ 0 ਆ, ਇਸ ਲਈ a 0 ਤੇ ਡਿਸਟੈਂਸ ਦਾ ਫਾਰਮੂਲਾ v1 * t ਰਹਿ ਜੂ। Yes, sir. Yes, sir. ਆਪਾਂ ਕੀ ਕੀਤਾ, v1 ਦੀ ਵੈਲਿਊ v cos θ, ਭਾਵੇਂ v1 ਰਹਿੰਦੇ ਕੋਈ ਗਲਤੀ ਨਹੀਂ, ਇੱਥੇ ਭਾਵੇਂ v1 ਲਿਖੇ ਰੱਖੋ ਇਨਟੂ ਟਾਈਮ ਪੀਰੀਅਡ। ਟਾਈਮ ਪੀਰੀਅਡ ਦੀ ਵੈਲਿਊ ਜਿਹੜੀ ਬਣਾਈ ਆ ਉਹ ਨਾਲ ਆਪਾਂ ਸਬਸਟੀਟਿਊਟ ਕਰ ਲਈ। ਕਲੀਅਰ ਆ? सर टाइम पीरियड की वैल्यू 1 रेवोल्यूशन की है। ਇੱਕ ਆਪਾਂ ਵੀ ਤਾਂ ਇਹੀ ਕੱਢਿਆ ਨਾ, ਇੱਕ ਰੈਵੋਲੂਸ਼ਨ ਜਦੋਂ ਪੂਰੀ ਹੋਈ ਤਾਂ ਪਾਰਟੀਕਲ ਕਿੰਨਾ ਅੱਗੇ ਗਿਆ। distance covered by the particle in one complete revolution ਤੇ one complete revolution ਨੂੰ ਜਿੰਨਾ ਟਾਈਮ ਲੱਗਦਾ ਉਹਨੂੰ ਟਾਈਮ ਪੀਰੀਅਡ ਹੀ ਕਹਿੰਦੇ ਆ। ओके सर। ਇਸ ਲਈ ਉਹਨੂੰ t ਦੇ ਨਾਲ ਮਲਟੀਪਲਾਈ ਕੀਤਾ। ਕਲੀਅਰ ਆ? ਕਰਾਂ ਕੰਟੀਨਿਊ? Yes, sir. Yes, sir.
चलो नेक्स्ट टॉपिक, यही दोनों टॉपिक कंबाइन कर लांगे कि जे चार्ज पार्टिकल इलेक्ट्रिक और मैग्नेटिक फील्ड दोनों ਦੇ ਇਨਫਲੂਐਂਸ ਦੇ ਵਿੱਚ ਆ ਜਾਏ ਸਾਈਮਲਟੇਨੀਅਸਲੀ ਤੇ ਉਦੋਂ ਪਾਰਟੀਕਲ ਦਾ ਪਾਥ ਕੀ ਹੋਏਗਾ। टॉपिक का नाम रखा टॉपिक का नाम आ जाना अपने को लॉरेंट्ज फोर्स। लॉरेंट्ज फोर्स पुत्र लॉरेंट्ज फोर्स बेसिकली उन्हें किनू कहता ਜਿਹੜੀਆਂ ਦੋ ਫੋਰਸਿਸ ਦੀ ਗੱਲ ਆਪਾਂ ਹੁਣ ਤੱਕ ਕਰਦੇ ਪਏ ਕਿ ਵੀ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਚ ਮੂਵ ਕਰੇ ਤੇ ਉਹਦਾ ਨਾਮ ਇਲੈਕਟ੍ਰਿਕ ਲॉरेंट्ज फोर्स हो गया। चार्ज पार्टिकल मैग्नेटिक फील्ड च मूव करे। लविशा एक बारी नोट कर ली बेटा, दो बच्चे केड़े स्किप होए आ, अटेंडेंस एक बारी हुन ले ला। ओके सर। मैं फिर दोनों दे कॉल करनी ते जे चार्ज पार्टिकल मेरे को मैग्नेटिक फील्ड दे अंडर मूव करदा ते ओदो जेडी फोर्स लाई करदी ओनु मैग्नेटिक लॉरेंट्ज फोर्स कह रहे हैं। ठीक है, जे इनु मैथमेटिकली कहांगे आ दूंगा बेटा, वी नो दैट इलेक्ट्रिक लॉरेंट्ज फोर्स is given by Fe लिख दो नु सिंबल that is equal to QE। ਜਿਹੜੀ F equal to QE फोर्स लिख दे हो इन्होंने नाम दिता इलेक्ट्रिक लॉरेंट्ज फोर्स आ। ਤੇ similarly we know that magnetic lorentz force is given by FB। ਉਹਦਾ ਫਾਰਮੂਲਾ ਉਹੀ ਆਪਾਂ ਕਰਕੇ ਹਟੇ BQB sin theta। ਤੇ ਜੇ ਇਹਨੂੰ ਵੀ ਵੈਕਟਰ ਫਾਰਮ ਚ ਲਿਖਣਾ ਆਪਾਂ ਹੈਨਾ ਤੇ ਇਹਨੂੰ ਆਪਾਂ ਲਿਖਿਆ ਸੀ Q into B vector cross B vector। क्या इतनी गल क्लियर आ? यस sir यस चलो ਇਹ ਚੋਂ ਨੇ ਕੇਸ 1 ਜਿਹੜਾ ਬਣਾਇਆ, ਫਰਸਟ ਕੇਸ ਜਿਹੜਾ ਬਣਾਇਆ ਉਹ ਚੋਂ ਨੇ ਕਿਹਾ ਜੀ ਇਫ velocity vector, electric field vector and magnetic field all are collinear। ठीक है, जे velocity vector भी electric field भी ਤੇ magnetic field भी if all are collinear, ਜੇ ਤਿੰਨੇ ਦੇ ਤਿੰਨੇ ਚੀਜ਼ਾਂ collinear ਹੋ ਕੀ ਹੋਏਗਾ ਪਾਰਟੀਕਲ ਨੂੰ? एक्सेलरेट करेगा। किधे करके करेगा? दोनों फील्ड्स के कारण दोनों फील्ड्स के कारण दोनों फील्ड करके इलेक्ट्रिक फील्ड करके सर दसिया जे कि जे वेलोसिटी वेक्टर ते मैग्नेटिक फील्ड सेम डायरेक्शन च होण पैरेलल होण की मैग्नेटिक फील्ड कोई फोर्स लगा पाऊगा? नो सर नो सर ਇਹਦਾ इस मूवमेंट ते पार्टिकल मूव करना तो सिर्फ केड़ी फोर्स पार्टिकल ते लगनी है? इलेक्ट्रिक No magnetic force, then no magnetic force will act on particle, then no magnetic force will act on particle and particle gets accelerated due to electric field only। इसलिए पार्टिकल सिर्फ इलेक्ट्रिक फील्ड दे करके एक्सेलरेट करेगा। गल समझ लगी सारे नु? हाँ जी सर। यस सर सेकंड केस हमने बनाया एक वेलोसिटी वेक्टर, इलेक्ट्रिक फील्ड वेक्टर एंड मैग्नेटिक फील्ड वेक्टर। ठीक है, ऑल आर म्यूचुअल परपेंडिकुलर टू ईच अदर। जे तिन्ने दे तिन्ने एक दूसरे दे परपेंडिकुलर होंगे, ठीक है, इलेक्ट्रिक फील्ड पार्टिकल, ठीक है, ते मैग्नेटिक फील्ड जे तिन्ने दे तिन्ने चीजां एक दूसरे दे म्यूचुअल परपेंडिकुलर कहता जी देन व्हाट हैपन। हुन सोचो ध्यान नाल आपा पीछे हमनी आ चीज पढ़ के गए बेटा कि जे चार्ज पार्टिकल तो इलेक्ट्रिक फील्ड परपेंडिकुलर आ ये केड़े पाथ ते लेके जांदा पार्टिकल नु? पैराबोलिक पैराबोलिक यानी ये उन्हों ਇਹਦੇ ਪਾਥ ਤੋਂ ਮੰਨ ਲਓ ਇਧਰ ਉੱਪਰ ਮੋੜਦਾ ਪਿਆ ਤੇ ਮੈਗਨੈਟਿਕ ਫੀਲਡ ਮੈਂ ਇਸ ਵੇ ਨਾਲ ਲਗਾਇਆ ਕਿ ਉਹ ਇਹਨੂੰ ਇਹਦੇ ਪਾਥ ਤੋਂ ਮੈਗਨੈਟਿਕ ਫੀਲਡ ਇਹਦੇ ਪਰਪੈਂਡੀਕੁਲਰ ਆ ਇਹ ਮੈਂ ਉਹ ਵੀ ਇਹਨੂੰ ਕਰਵ ਤੇ ਲੈ ਕੇ ਜਾਣਾ ਚਾਹੂਗਾ, ਸਰਕਲ ਤੇ ਲੈ ਕੇ ਜਾਣਾ ਚਾਹੂਗਾ ਤੇ ਜੇ ਇੱਕ ਪਾਰਟ ਫੋਰਸ ਜਿਹੜੀ ਆ
ਇਹਨੂੰ ਅਪਵਰਡ ਡਿਫਲੈਕਟ ਕਰਦੀ ਹੋਵੇ, ਇਹ ਇੰਪੋਰਟੈਂਟ ਟਰਮ ਹੋਏਗੀ ਜੋ ਦੱਸਣ ਲੱਗਿਆ ਵਾ, ਠੀਕ ਹੈ। ਤੇ ਦੂਜਾ ਫੀਲਡ ਇਹਦੇ ਤੇ ਇਸ ਵੇ ਨਾਲ ਲਾਈ ਕਰਦਾ ਪਿਆ ਕਿ ਉਹ ਇਸੇ ਪਾਰਟੀਕਲ ਨੂੰ ਥੱਲੇ ਨੂੰ ਮੂਵ ਕਰਾਵੇ। ਅਲਟੀਮੇਟ ਦੋਨੋਂ ਫੋਰਸਿਸ ਦਾ ਜੇ ਨੈਟ ਰਿਜ਼ਲਟ ਇਹ ਹੋਵੇ ਕਿ ਪਾਰਟੀਕਲ ਮੇਰਾ ਅਨਡੇਵੀਏਟਡ ਸਟ੍ਰੇਟ ਵੇ ਨਿਕਲ ਜਾਵੇ, ਤੇ ਇਹਦਾ ਮਤਲਬ ਇਸ ਪਾਰਟੀਕਲ ਤੇ ਜਿਹੜੀ ਨੈਟ ਫੋਰਸ ਹੋਏਗੀ ਉਹ ਜ਼ੀਰੋ ਹੋਏਗੀ ਬੇਟਾ। Yes, sir. Yes, sir. ਫੋਰਸ ਜਿੰਨਾ ਉਹਨੂੰ ਉੱਪਰ ਨੂੰ ਚੁੱਕਦੀ ਆ, ਦੂਜਾ ਉਨਾ ਹੀ ਉਹਨੂੰ ਥੱਲੇ ਨੂੰ ਖਿੱਚਦੀ ਆ। ਇਹ ਮਤਲਬ ਜਿੰਨਾ ਉੱਪਰ ਉਨਾ ਹੀ ਥੱਲੇ ਨੂੰ ਜੇ ਡਿਫਲੈਕਟ ਹੋਇਆ ਤੇ ਨੈਟ ਫੋਰਸ ਪਾਰਟੀਕਲ ਅਨਡਿਫਲੈਕਟਡ ਨਿਕਲ ਗਿਆ ਸਟ੍ਰੇਟ ਵੇ। ਇਹਦਾ ਫਿਰ ਉਹ ਕੇਸ ਹੋਇਆ ਕਿ ਵੀ ਇਲੈਕਟ੍ਰਿਕ ਵੀ ਆ ਮੈਗਨੈਟਿਕ ਵੀ ਆ, ਹਨਾ। ਇੱਥੇ ਹੁਣ ਦੋਨੋਂ ਤਰ੍ਹਾਂ ਦੇ ਫੀਲਡ ਦਿਖਾਉਣ ਵਾਸਤੇ ਇਲੈਕਟ੍ਰਿਕ ਫੀਲਡ ਨੂੰ ਅਸੀਂ ਇਸ ਵੇ ਨਾਲ ਸ਼ੋ ਕਰਦੇ ਹਾਂ। ਮੈਗਨੈਟਿਕ ਫੀਲਡ ਇਸ ਵੇਲੇ ਇਹ ਕਹਿ ਰਹੇ ਇਹਦੇ ਪਰਪੈਂਡੀਕੂਲਰ ਹੈ। ਗੱਲ ਸਮਝਿਓ ਧਿਆਨ ਨਾਲ। ਆ ਮੇਰੇ ਬੋਰਡ ਤੇ ਆ ਮੈਂ ਆਪਣੇ ਹੱਥ ਦੋ ਜਿਹੜੇ ਰੱਖਦਾ ਪਿਆ, ਲੈਫਟ ਹੈਂਡ ਤੋਂ ਪਾਰਟੀਕਲ ਰਾਈਟ ਹੈਂਡ ਵੱਲ ਜਾਂਦਾ ਪਿਆ, ਇਹ ਐਕਸ ਐਕਸਿਸ ਹੋ ਗਿਆ। ਇਲੈਕਟ੍ਰਿਕ ਫੀਲਡ ਮੇਰਾ ਵਾਈ ਐਕਸਿਸ ਦੇ ਉੱਤੇ ਲਾਈ ਕਰ ਗਿਆ, ਇਸ ਪਾਸੇ ਨੂੰ ਥੰਬ ਦੇ ਲੌਂਗ ਲਾਈ ਕਰ ਗਿਆ। ਮੈਗਨੈਟਿਕ ਫੀਲਡ ਇਸ ਪਲੇਨ ਦੇ ਪਰਪੈਂਡੀਕੂਲਰ ਹੋਏਗਾ। Yes, sir. Yes, sir. Yes, sir. ਫਿਗਰ ਬਣਦੀ ਪਈ ਆ, ਜਿਹੜੀ ਫਿਗਰ ਬਣਦੀ ਜਿਹਨੂੰ ਦਿਮਾਗ 'ਚ ਬਣਾਵਾਂ ਤੇ ਇਹ 3D ਫਿਗਰ ਆ ਬੇਟਾ। ਇੱਥੇ ਦਿਖਾਉਣ ਵਾਸਤੇ ਅਸੀਂ ਕੀ ਕਰਦੇ ਪਏ, ਇਦਾਂ ਡਾਟਡ ਸਰਕਲ ਬਣਾ ਦਾਂਗੇ। ਡਾਟਡ ਸਰਕਲ ਦੇ ਉੱਤੇ ਅਸੀਂ ਸ਼ੋ ਕਰਦੇ ਪਏ ਕਿ ਇਹ ਮੈਗਨੈਟਿਕ ਫੀਲਡ ਆ ਪੋਜ਼ਿਟਿਵ ਨੈਗੇਟਿਵ ਲਾਈਨਾਂ ਦਿਖਾਉਣ ਦਾ ਮਤਲਬ ਹੈ ਇਹ ਇਲੈਕਟ੍ਰਿਕ ਫੀਲਡ ਆ। ਕੀ ਗੱਲ ਸਮਝ ਲੱਗੀ? Yes, sir. Yes, sir. Repeat Yes, कर दो. sir. ਹਾਂਜੀ ਬੱਚੇ, ਮੈਂ ਇਹ ਕਿਹਾ ਪੁੱਤ ਕਿ ਜਿਹੜਾ ਇਲੈਕਟ੍ਰਿਕ ਫੀਲਡ ਉਹ ਵਾਈ ਐਕਸਿਸ ਤੇ ਆ ਗਿਆ, ਜਿਹਨੂੰ ਅਸੀਂ ਆ ਐਸ ਚ ਪੈਰਲਲ ਲਾਈਨਾਂ ਨਾਲ ਸ਼ੋ ਕਰ ਲਿਆ। ਇਲੈਕਟ੍ਰਿਕ ਜਿਹੜਾ ਮੋਸ਼ਨ ਆ ਉਹ ਐਕਸ ਐਕਸਿਸ ਦੇ ਲੌਂਗ ਦਿਖਾਤੀ, ਤੇ ਜਿਹੜਾ ਇੱਥੇ ਮੈਗਨੈਟਿਕ ਫੀਲਡ ਦਿਖਾਣਾ ਉਹ ਇਸ ਬੋਰਡ ਦੇ ਪਰਪੈਂਡੀਕੂਲਰ ਹੋਏਗਾ। Yes, sir. ਉਹ ਪਰਪੈਂਡੀਕੂਲਰ ਮੈਗਨੈਟਿਕ ਫੀਲਡ ਨੂੰ ਦਿਖਾਉਣ ਦਾ ਮੈਥਡ ਅਸੀਂ ਇਹ ਰੱਖਿਆ ਕਿ ਵੀ ਆ ਡਾਟਡ ਸਰਕਲ ਦਿਖਾਤਾ ਬੇਟਾ। ਇਹਦਾ ਪੁੱਤ ਮਤਲਬ ਸਮਝਿਓ, ਜਿੱਦਾਂ ਇਲੈਕਟ੍ਰਿਕ ਫੀਲਡ ਪੋਜ਼ਿਟਿਵ ਤੋਂ ਨੈਗੇਟਿਵ ਹੁੰਦਾ, ਇਹਦੇ ਮੈਗਨੈਟਿਕ ਫੀਲਡ ਨਾਰਥ ਪੋਲ ਤੋਂ ਸਾਊਥ ਪੋਲ ਵੱਲ ਹੋਏਗਾ। Yes, sir. ਤੇ ਜੇ ਮੈਂ ਇੱਥੇ ਦੱਸਣਾ ਹੋਵੇ ਨਾਰਥ ਸਾਊਥ ਪੋਲ ਦਾ ਹਿਸਾਬ ਕੀ ਹੈ ਨਾ, ਤੇ ਮੈਂ ਆਪਣੇ ਆ ਹੱਥ ਨੂੰ ਮੰਨ ਲਿਆ ਨਾਰਥ ਸਾਊਥ ਪੋਲ ਆ ਤੇ ਆ ਹੱਥ ਨੂੰ ਮੰਨ ਲਿਆ ਨਾਰਥ, ਤੇ ਮੇਰੇ ਹੱਥ ਤੋਂ ਠੀਕ ਹੈ ਆ ਲਾਈਨਾਂ ਜਿਹੜੀਆਂ ਨਿਕਲਣੀਆਂ ਇਸ ਬੋਰਡ ਦੇ ਪਰਪੈਂਡੀਕੂਲਰ ਜਾਂ ਇਨਵਰਡ ਜਾਂਦਾ ਹੋਏਗਾ ਮੈਗਨੈਟਿਕ ਫੀਲਡ ਜਾਂ ਆਊਟਵਰਡ ਆਂਦਾ ਹੋਏਗਾ ਮੈਗਨੈਟਿਕ ਫੀਲਡ। ਇਹ ਨਿਕਲ ਸਮਝ ਲੱਗੀ? Yes, sir. Yes, sir. ਜੇ ਆਊਟਵਰਡ ਆਂਦਾ ਪਿਆ ਤੇ ਆ ਮੇਰਾ ਹੱਥ ਜਿਹੜਾ ਬੋਰਡ ਦਾ ਵਾ ਇਹ ਨਾਰਥ ਪੋਲ ਗਿਣਿਆ ਜਾਏਗਾ ਤੇ ਆ ਬਾਹਰ ਨੂੰ ਸਾਊਥ ਪੋਲ। ਤੇ ਜੇ ਇਨਵਰਡ ਆ ਫਿਰ ਆ ਹੱਥ ਮੇਰਾ ਨਾਰਥ ਪੋਲ ਹੋਏਗਾ ਤੇ ਅੰਦਰ ਵਾਲਾ ਹੱਥ ਮੇਰਾ ਸਾਊਥ ਪੋਲ ਬਣੇਗਾ, ਪਰ ਉਹ ਇਸ ਬੋਰਡ ਦੇ ਪਰਪੈਂਡੀਕੂਲਰ ਆ। ਹੁਣ ਇੱਥੇ ਪਰਪੈਂਡੀਕੂਲਰ ਮੈਗਨੈਟਿਕ ਫੀਲਡ ਦਿਖਾਉਣ ਲਈ ਅਸੀਂ ਸਿਰਫ ਆ ਡਾਟਡ ਜਿਹੜਾ ਸਰਕਲ ਦਿਖਾਤਾ। ਸਮਝ ਲੱਗੀ ਗੱਲ ਸਾਰਿਆਂ ਨੂੰ? Yes, Yes, sir. sir. Yes, sir. Yes, sir. Continue कर रहे हैं। If velocity vector, electric and magnetic field all are mutual perpendicular to each other and particle goes undeflected. Particle goes undeflected in the presence of both field. Then FE plus FM FB दो फोर्सेस लगनियां पार्टिकल ਦੇ, ਇੱਕ ਇਲੈਕਟ੍ਰਿਕ ਫੀਲਡ ਕਰਕੇ ਇੱਕ ਮੈਗਨੈਟਿਕ ਹੈ। ਮਤਲਬ ਇਹਨਾਂ ਦੋਨਾਂ ਦੀ ਵੈਕਟਰ ਸਮ ਜਿਹੜੀ ਆ ਉਹ ਜ਼ੀਰੋ ਹੋਏਗੀ ਬੇਟਾ। Yes, sir. ਹੁਣ ਇਸੇ ਚੀਜ਼ ਨੂੰ ਅਸੀਂ ਲਿਖ ਲਈਏ ਤੇ ਆਪਾਂ ਇਹਨੂੰ ਇਦਾਂ ਕਹਿ ਦਿੰਦੇ ਹਾਂ, ਇਹਦਾ ਮਤਲਬ ਇਲੈਕਟ੍ਰਿਕ ਫੋਰਸ ਜਿਹੜੀ ਤੇ ਮੈਗਨੈਟਿਕ ਫੋਰਸ ਦੋਨੋਂ ਇੱਕ ਦੂਜੇ ਦੇ ਇਕੁਅਲ ਬਟ ਆਪੋਜ਼ਿਟ ਡਾਇਰੈਕਸ਼ਨ ਚ ਲਾਈ ਕਰੂਗੀਆਂ। ਇੱਕ ਜਿੰਨਾ ਪਾਰਟੀਕਲ ਨੂੰ ਅਪਵਰਡ ਡਿਫਲੈਕਟ ਕਰਨਾ ਚਾਹੋ, ਦੂਜਾ ਉਨਾ ਹੀ ਥੱਲੇ ਨੂੰ, ਤੇ ਫਿਰ ਪਾਰਟੀਕਲ ਅਨਡਿਫਲੈਕਟਡ ਨਿਕਲੇਗਾ। ਇਸ ਕੇਸ ਦੇ ਅੰਦਰ ਜੇ ਆਪਾਂ ਫੋਰਸਸ ਦੀ ਵੈਲਿਊ ਭਰ ਦਈਏ ਤੇ देयरफॉर ਇਲੈਕਟ੍ਰਿਕ ਫੋਰਸ ਹੋਗੀ QE, मैग्नेटिक फोर्स का फॉर्मूला आ गया BQB sin 90। sin 90 इसलिए लेता क्योंकि वेलोसिटी ते मैग्नेटिक फील्ड एक दूसरे दे परपेंडिकुलर है, ठीक है, इसलिए इतने sin 90 आ गया। sin 90 1 हो गया, ਇਹਦਾ ਮਤਲਬ ਮੇਰੇ ਕੋਲ QE = BQB, HO Q कैंसिल कर लो, आ इंपॉर्टेंट टर्म होएगी अपने लिए। ਇਹ ਤੋਂ ਕੈਨਸਲ ਕਰਕੇ ਜੇ ਵੈਲੋਸਿਟੀ ਲਿਖਾਂ ਤੇ ਵੈਲੋਸਿਟੀ E/B ਦੇ ਬਰਾਬਰ ਆ ਜਾਊ। Yes, sir. Yes, sir.
गल समझियो ध्यान नाल जो दसन लग्या ਇਹਦਾ मतलब आ कि ਜਿਹੜਾ ਚਾਰਜ ਪਾਰਟੀਕਲ ਇੱਥੇ मूव करदा ਪਿਆ ਉਹਦੀ ਵੈਲੋਸਿਟੀ ਜਿਹੜੀ ਹੋਏਗੀ ਇਲੈਕਟ੍ਰਿਕ ਤੇ ਮੈਗਨੈਟਿਕ ਜਿਹੜੇ ਦੋਨੋਂ ਅਪਲਾਈ ਕੀਤੇ ਉਹਦੀ ਰੇਸ਼ੋ ਦੇ ਬਰਾਬਰ ਆ। बेटे इस कंसेप्ट ਨੂੰ ਕਿੱਥੇ ਵਰਤਾਂ ਮੈਂ ਇੱਕ ਟੌਪਿਕ ਜਿਹਦਾ ਨਾਮ ਹੈਗਾ ਵੈਲੋਸਿਟੀ ਸਿਲੈਕਟਰ ਜਾਂ ਵੈਲੋਸਿਟੀ ਫਿਲਟਰ। ਵੈਲੋਸਿਟੀ ਫਿਲਟਰ ਦੇ ਅੰਦਰ ਅਸੀਂ ਕੀ ਦੱਸਦੇ ਆ ਫਿਕਰ ਉਸੇ ਦੀ ਵੈਲੋਸਿਟੀ ਫਿਲਟਰ ਦੀ ਉਹਦੇ ਅੰਦਰ ਅਸੀਂ ਇਹ ਦੱਸਦੇ ਪਏ ਕਿ ਜੇ ਇੱਕ ਰੀਜਨ ਦੇ ਅੰਦਰ ਮੈਂ ਇਲੈਕਟ੍ਰਿਕ ਫੀਲਡ ਮੈਗਨੈਟਿਕ ਫੀਲਡ ਠੀਕ ਹੈ ਤੇ ਵੈਲੋਸਿਟੀ ਜੇ ਇਹ ਤਿੰਨੇ ਦੇ ਤਿੰਨੇ ਇੱਕ ਦੂਜੇ ਦੇ ਮਿਊਚੁਅਲ ਪਰਪੈਂਡੀਕੂਲਰ ਤੇ ਇਸ ਥਾਂ ਤੇ ਮੇਰੇ ਕੋਲ ਪਾਰਟੀਕਲ ਤੁਰੇ ਆਉਂਦੇ ਪਏ ਗੱਲ ਸਮਝਿਓ ਧਿਆਨ ਨਾਲ इस थां ते जिहड़े पार्टिकल तुरे आ रहे है ना दे आर मूविंग विद डिफरेंट वेलोसिटी मेरे को एक स्ट्रीम ऑफ चार्ज पार्टिकल आ रही है जिस पार्टिकल डिफरेंट वेलोसिटी दे जेड़े वेलोसिटी जेड़े पार्टिकल लई वेलोसिटी इलैक्ट्रिक ते मैग्नेटिक फील्ड दी रेशो दे बराबर होएगी। मान लो मैं फिर लाइन रिपीट कर रहा गल समझियो ध्यान नाल इथों कोई पार्टिकल तुरे आ रहा 10 मीटर पर सेकंड ना कोई 11 ना कोई 12 ना कोई 18 ना कोई किसे ना ठीक है मिलियन बिलियन ऑफ पार्टिकल्स आ रहे हैं मैं उस सारे ही स्ट्रीम दे विचों वो पार्टिकल वखरे करना चाह रहा ठीक है जेडे एक कॉमन वेलोसिटी ना मूव करते हैं ठीक है मतलब ਇਹਦੇ ਵਿੱਚੋਂ कॉमन ਕਿਹਨੂੰ ਕਹਿਣ ਲੱਗਿਆ ਇੱਥੇ ਇਲੈਕਟ੍ਰਿਕ ਫੀਲਡ ਮੰਨ ਲਓ 10 ਨਿਊਟਨ ਪਰ ਕੂਲਮ ਮੈਗਨੈਟਿਕ ਫੀਲਡ 5 ਟੈਸਲਾ ਆਪਣੇ ਕੋਲ ਵੈਲਿਊ ਬੋਲੀ ਹੈ ਤੇ ਮੈਂ ਇਲੈਕਟ੍ਰਿਕ ਤੇ ਮੈਗਨੈਟਿਕ ਦੀ ਰੇਸ਼ੋ ਕੱਢੀ 10/5 2 ਆ ਗਈ। ਇਹਦਾ ਮਤਲਬ ਮੈਂ ਇਹ ਕੱਢਣਾ ਚਾਹ ਰਿਹਾ ਕਿ ਜਿਹੜੇ 2 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਨਾਲ ਪਾਰਟੀਕਲ ਆ ਰਹੇ ਨਾ ਉਹ ਪੂਰੀ ਬੀਮ ਚੋਂ ਵੱਖਰੇ ਹੋ ਜਾਣ ਤੇ ਉਹਨਾਂ ਨੂੰ ਪੂਰੀ ਬੀਮ ਚੋਂ ਵੱਖਰੇ ਕਰਨ ਲਈ ਮੈਂ ਕੀ ਕਰਾਂਗਾ ਜਦੋਂ ਇਸ ਰੀਜਨ ਚੋਂ ਪਾਸ ਕਰਾਵਾਂਗਾ ਜਿੱਥੇ ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡ ਪਰਪੈਂਡੀਕੂਲਰ ਆ ਉਹਨਾਂ ਨੇ ਜਦੋਂ ਐਸਾ ਜਿਸ ਬੀਮ ਚੋਂ ਪਾਸ ਕਰਨਾ ਤੇ ਉਹ ਪਾਰਟੀਕਲ ਜਿਨ੍ਹਾਂ ਦੀ ਵੈਲੋਸਿਟੀ 2 ਮੀਟਰ ਪਰ ਸੈਕਿੰਡ ਹੋਏਗੀ यानी इस रेशो तो निकली हुई वैल्यू जड़ी है ना वो पार्टिकल ते नेट फोर्स जड़ी आ वो जीरो होएगी वो पार्टिकल मेरे को किसी भी डायरेक्शन च डिफ्लेक्ट नहीं होना वो पार्टिकल मेरे को अनडिफ्लेक्टेड जड़ा वो स्ट्रेट पे निकलूगा। Yes, sir. Yes, sir. मजा नहीं आया समय लगी Yes, sir. Yes, sir. Yes, sir. Yes, sir. Yes, sir. टॉपिक हैगा वेलोसिटी फिल्टर ਨੂੰ ਕਹਿੰਦਾ ਜੀ ਡਿਸਕਸ ਕਰੋ ਸ਼ਾਰਟ ਨੋਟ ਆ ਕੁਝ ਆਹੀ ਚੀਜ਼ ਦੱਸਾਂਗੇ ਕਿ ਜਦੋਂ ਐਸਾ ਚ ਤੁਹਾਡੇ ਕੋਲ ਇੱਕ ਸਟਰੀਮ ਆਫ ਚਾਰਜ ਪਾਰਟੀਕਲ ਹੈਗੇ ਆ ਜਿਹਦੇ ਵਿੱਚ ਡਿਫਰੈਂਟ ਵੈਲੋਸਿਟੀ ਦੇ ਪਾਰਟੀਕਲ ਮੂਵ ਕਰਦੇ ਐਂਡ ਵੀ ਹੈਵ ਟੂ ਸਿਲੈਕਟ ਓਨਲੀ ਦੋਜ਼ ਪਾਰਟੀਕਲ which will having the same common velocity है ना और वो velocity e और b ਦੀ ਰੇਸ਼ੋ ਦੇ ਬਰਾਬਰ ਹੋਵੇ ਉਹਨਾਂ ਨੂੰ ਪੂਰੀ ਬੀਮ ਜੋ ਸੈਪਰੇਟ ਕਰਨ ਲਈ ਅਸੀਂ ਕੀ ਕਰਾਂਗੇ ਕਹਿੰਦਾ ਜੀ ਉਹਨਾਂ ਪਾਰਟੀਕਲ ਤੇ ਜਦੋਂ ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡ ਪਰਪੈਂਡੀਕੂਲਰ ਲਾਈ ਕਰੇਗਾ ਨਾ ਉਹ ਐਸ ਸੱਚ ਉਸ ਇਨਸਟੈਂਟ ਦੇ ਇਸ ਪੂਰੀ ਬੀਮ ਚੋਂ ਉਹਨਾਂ ਪਾਰਟੀਕਲ ਨੂੰ ਵੱਖਰਾ ਕਰ ਦੂਗਾ ਜਿਨ੍ਹਾਂ ਦੀ ਇੱਕ ਕਾਮਨ ਵੈਲੋਸਿਟੀ ਹੋਊ ਔਰ ਉਹ ਵੈਲੋਸਿਟੀ e ਔਰ b ਦੀ ਰੇਸ਼ੋ ਦੇ ਬਰਾਬਰ ਹੋਏਗੀ ਤੇ ਇਸ ਵੇ ਨਾ ਪੂਰੀ ਬੀਮ ਚੋਂ ਉਹਨਾਂ ਪਾਰਟੀਕਲ ਨੂੰ ਵੱਖਰਾ ਕਰਨ ਦਾ ਜਿਹੜਾ ਪ੍ਰੋਸੈਸ ਆ ਉਸ ਅਰੇਂਜਮੈਂਟ ਨੂੰ ਅਸੀਂ ਨਾਮ ਦਿੰਦੇ ਵੈਲੋਸਿਟੀ ਫਿਲਟਰ। क्या गल समझ आ गई जी? Yes, sir. Yes, sir. Yes, sir. Sir. Sir, इसको फिल्टर बोलते हैं। फिल्टर ही कीता ਆਪਾਂ ਛਾਨਣਾ ਹੀ ਲਾਇਆ ਕਿ ਜੋ ਆ ਰਿਹਾ ਛਾਨ ਕੇ ਅਸੀਂ ਇੱਕ ਚੀਜ਼ ਵੱਖਰੀ ਕਰਨੀ ਸੀ ਉਹ ਅਸੀਂ ਵੱਖਰੀ ਕਰ ਲਈ ਬਾਕੀ ਸਾਰਾ ਕੁਝ ਛਾਨਣੀ ਤੇ ਰਹਿ ਗਿਆ। ਹੁਣ ਹੋਏਗਾ ਕਿ ਜਿਹੜੇ ਪਾਰਟੀਕਲ ਦੀ ਵੈਲੋਸਿਟੀ e ਔਰ b ਦੀ ਰੇਸ਼ੋ ਦੇ ਬਰਾਬਰ ਨਹੀਂ ਉਹਨਾਂ ਚੋਂ ਕਿਸੇ ਦੇ ਉੱਤੇ ਇਲੈਕਟ੍ਰਿਕ ਫੋਰਸ ਜ਼ਿਆਦਾ ਲੱਗੀ ਤੇ ਮਤਲਬ ਉਹ ਉੱਪਰ ਨੂੰ ਮੁੜਦੇ ਜਾਊਗੇ ਜਿਨ੍ਹਾਂ ਤੇ ਮੈਗਨੈਟਿਕ ਫੋਰਸ ਕਿਸੇ ਤੇ ਜ਼ਿਆਦਾ ਲੱਗਦੀ ਹੋਈ ਉਹ ਥੱਲੇ ਨੂੰ ਮੁੜਦੇ ਜਾਊ ਸਟ੍ਰੇਟ ਉਹੀ ਨਿਕਲੂ ਠੀਕ ਹੈ ਜੀ ਜਿਹਨਾਂ ਦੀ ਵੈਲੋਸਿਟੀ ਇਸ ਕੰਡੀਸ਼ਨ ਨੂੰ ਜਸਟੀਫਾਈ ਕਰਦੀ ਹੋ। ਕਲੀਅਰ ਆ? Yes, sir.